2015 ਦੇ ਵਿੱਚ ਪੰਜਾਬ ਦੇ ਵਿੱਚ ਬੇਅਦਬੀ ਦੀ ਘਟਨਾ ਵਾਪਰਦੀ ਹੈ। ਇਹ ਬੇਅਦਬੀ ਦੀ ਘਟਨਾ ਵਾਪਰੀ ਬੁਰਜ ਜਵਾਹਰ ਸਿੰਘ ਵਾਲਾ ਦੇ ਵਿੱਚ। ਉਸ ਤੋਂ ਬਾਅਦ ਸਿੱਖ ਸੰਗਤ ਦੇ ਵਿੱਚ ਰੋਸ ਤੇ ਇਸ ਪੂਰੇ ਮੁੱਦੇ ਉੱਤੇ ਖੂਬ ਸਿਆਸਤ ਪੰਜਾਬ ਦੇ ਵਿੱਚ ਹੁੰਦੀ ਹੋਈ ਨਜ਼ਰ ਆਈ ਤੇ ਘੇਰਿਆ ਗਿਆ ਤਤਕਾਲੀ ਸਰਕਾਰ। ਤੇ ਘੇਰਿਆ ਗਿਆ ਤਤਕਾਲੀ ਸਰਕਾਰ ਨੂੰ। ਇਸ ਵਿਚਾਲੇ ਇੱਕ ਵੱਡੀ ਖਬਰ ਹੈ, ਉਸ ਦਾ ਰੁਖ ਕਰਦੇ ਹਾਂ। ਸਰਕਾਰ ਤੇ ਸਿੱਖ ਜਥੇਬੰਦੀਆਂ ਦੇ ਉੱਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨਿਸ਼ਾਨਾ ਸਾਹਿਬ ਦੇ ਨਜ਼ਰ ਆ ਰਹੇ ਨੇ। ਗੁਰਦਾਸਪੁਰ ਬੇਅਦਬੀ ਤੇ ਸੁਖਬੀਰ ਬਾਦਲ ਨੇ ਘੇਰਿਆ। 2015 ਦੇ ਵਿੱਚ ਗੁਰੂ ਗ੍ਰੰਥ ਸਾਹਿਬ ਹੋੜ ਸੀ ਤੇ ਹੁਣ ਹੋਰ ਇਹ ਸਵਾਲ ਪੁੱਛ ਰਹੇ ਨੇ ਸੁਖਬੀਰ ਸਿੰਘ ਬਾਦਲ ਜਥੇਬੰਦੀਆਂ ਦੇ ਆਗੂਆਂ ਤੋਂ ਤੇ ਨਾਲ ਹੀ ਸਰਕਾਰ ਤੋਂ। ਦੇਖਿਆ ਕਿ ਹਫ਼ਤਾ ਬੀਤ ਜਾਣ ਦੇ ਬਾਵਜੂਦ ਵੀ ਕੋਈ ਕਾਰਵਾਈ ਨਹੀਂ ਹੋਈ। ਨਾ ਸੀਐਮ, ਨਾ ਵਜ਼ੀਰ, ਨਾ ਸਪੀਕਰ ਕੁਝ ਵੀ ਨਹੀਂ ਬੋਲੇ। ਅੱਜਕੱਲ ਜਥੇਬੰਦੀਆਂ ਨੂੰ ਵੀ ਬੇਅਦਬੀ ਨਹੀਂ ਦਿਖਦੀ। ਸੁਖਬੀਰ ਸਿੰਘ ਬਾਦਲ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ, ਜੋ ਮੈਂ ਜ਼ਿਕਰ ਕਰ ਰਿਹਾ ਸੀ 2015 ਦਾ। 2015 ਦੇ ਵਿੱਚ ਜਿਹੜੀ ਬੇਅਦਬੀ ਦੀ ਘਟਨਾ ਵਾਪਰੀ ਸੀ, ਉਸ ਸਮੇਂ ਸਰਕਾਰ ਅਕਾਲੀ ਦਲ ਬੀਜੇਪੀ ਦੀ ਸੀ ਪੰਜਾਬ ਦੇ ਵਿੱਚ। ਸੁਖਬੀਰ ਸਿੰਘ ਬਾਦਲ ਉਸ ਸਮੇਂ ਸੂਬੇ ਦੇ ਉਪ ਮੁੱਖ ਮੰਤਰੀ ਸੀ, ਗ੍ਰਹਿ ਮੰਤਰਾਲਾ ਵੀ ਉਹਨਾਂ ਦੇ ਕੋਲ ਸੀ। ਖੈਰ, ਉਸ ਪੂਰੇ ਮੁੱਦੇ ਨੂੰ ਲੈ ਕੇ ਖੂਬ ਸਿਆਸਤ ਹੋਈ ਹੈ। 2017 ਦੇ ਇਲੈਕਸ਼ਨ ਹੁੰਦੇ ਨੇ, ਉਸ ਦੇ ਵਿੱਚ ਜ਼ਬਰਦਸਤ ਤਰੀਕੇ ਨਾਲ ਉਸ ਪੂਰੇ ਮੁੱਦੇ ਉੱਤੇ ਬਿਆਨਬਾਜ਼ੀਆਂ ਹੋਈਆਂ। ਹੁਣ ਉਸ ਪੂਰੇ ਇਸ਼ੂ ਨੂੰ ਕਰੀਬ ਬੇਅਦਬੀ ਦੀ ਘਟਨਾ ਤੇ ਉਸ ਤੋਂ ਬਾਅਦ ਚੱਲੀ ਗੋਲੀ ਦੀ ਪੂਰੀ ਘਟਨਾ ਨੂੰ ਕਰੀਬ 8 ਸਾਲ ਹੋ ਚੁੱਕੇ ਨੇ। 8 ਸਾਲ ਤੋਂ ਜ਼ਿਆਦਾ ਦਾ ਸਮਾਂ ਹੋ ਚੁੱਕਾ ਹੈ ਤੇ ਬੇਅਦਬੀ ਦੀਆਂ ਘਟਨਾਵਾਂ ਉਸ ਤੋਂ ਬਾਅਦ ਵੀ ਕਈ ਵਾਰ ਵਾਪਰੀਆਂ ਨੇ। ਸੁਖਬੀਰ ਸਿੰਘ ਬਾਦਲ ਜੋ ਹਾਲ ਹੀ ਦੇ ਵਿੱਚ ਕੁਝ ਦਿਨ ਪਹਿਲਾਂ ਦੀਨਾਨਗਰ ਦੇ ਇੱਕ ਗੁਰੂ ਘਰ ਦੇ ਵਿੱਚ ਬੇਅਦਬੀ ਦੀ ਘਟਨਾ ਵਾਪਰੀ ਸੀ, ਉੱਥੇ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਦੇ ਕੁਝ ਅੰਗ ਪਾੜ ਦਿੱਤੇ ਗਏ ਸਨ। ਉਸ ਦੀਆਂ ਤਸਵੀਰਾਂ ਵੀ ਜੋ ਅਸੀਂ ਤੁਹਾਨੂੰ ਧੁੰਦਲੀਆਂ ਕਰਕੇ ਦਿਖਾ ਰਹੇ ਹਾਂ। ਤੇ ਉਸ ਪੂਰੇ ਮਾਮਲੇ ਦੇ ਵਿੱਚ ਕੀ ਐਕਸ਼ਨ ਹੋਇਆ, ਸੁਖਬੀਰ ਬਾਦਲ ਇਹੀ ਸਵਾਲ ਪੁੱਛ ਰਹੇ ਨੇ ਤੇ ਸਵਾਲ ਕਰ ਰਹੇ ਨੇ ਸਰਕਾਰ ਨੂੰ ਕਿ 2015 ਦੇ ਵਿੱਚ ਖੂਬ ਇਸ ਦੇ ਉੱਤੇ ਸਿਆਸਤ ਕੀਤੀ ਗਈ ਹੈ। ਅਕਾਲੀ ਦਲ ਦਾ ਇਲਜ਼ਾਮ ਹੈ ਤੇ ਇਹ ਵੀ ਕਿਹਾ ਗਿਆ ਕਿ 2015 ਤੋਂ ਹੁਣ ਤੱਕ ਕੀ ਬਦਲ ਗਿਆ। ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਉਸ ਸਮੇਂ ਹੋਈ ਸੀ ਕਿ ਹੁਣ ਉਹ ਬੇਅਦਬੀ ਤੇ ਹੁਣ ਦੀ ਬੇਅਦਬੀ ਦੇ ਵਿੱਚ ਕੋਈ ਫਰਕ ਹੈ। ਸੁਖਬੀਰ ਬਾਦਲ ਆਪਣੀ ਪੋਸਟ ਦੇ ਵਿੱਚ ਇਹ ਵੀ ਲਿਖਦੇ ਨੇ ਤੇ ਇਹ ਵੀ ਇਲਜ਼ਾਮ ਲਗਾਉਂਦੇ ਨੇ ਕਿ ਮੈਂ 1 ਹਫ਼ਤੇ 10 ਦਿਨ ਤੋਂ ਦੇਖ ਰਿਹਾ ਸੀ ਕਿ ਇਸ ਪੂਰੇ ਮਾਮਲੇ ਦੇ ਵਿੱਚ ਕੀ ਐਕਸ਼ਨ ਹੁੰਦਾ ਹੈ। ਪਰ ਸਰਕਾਰ ਦੇ ਮੰਤਰੀ, ਸਰਕਾਰ ਦੇ ਵਿਧਾਇਕ, ਸਪੀਕਰ, ਖਾਸ ਤੌਰ ਤੇ ਕੁਲਤਾਰ ਸਿੰਘ ਸੰਧਵਾ ਦਾ ਉਹਨਾਂ ਨੇ ਜ਼ਿਕਰ ਕੀਤਾ ਕਿ ਉਹ ਪੰਥਕ ਆਗੂ ਦੇ ਤੌਰ ਦੇ ਉੱਤੇ ਆਮ ਆਦਮੀ ਪਾਰਟੀ ਦੇ ਵਿੱਚ ਪਛਾਣ ਆਪਣੀ ਦੱਸਦੇ ਨੇ ਜਾਂ ਰੱਖਦੇ ਨੇ ਕਿ ਉਹਨਾਂ ਦੇ ਵੱਲੋਂ ਵੀ ਕੁਝ ਨਹੀਂ ਕਿਹਾ ਗਿਆ। ਖੈਰ, 2015 ਦੀ ਬੇਅਦਬੀ ਤੇ 2023 ਦੀ ਬੇਅਦਬੀ ਦੇ ਵਿੱਚ ਕੀ ਫਰਕ ਹੈ? ਖੈਰ, ਇੱਕ ਚੀਜ਼ ਤਾਂ ਬਹੁਤ ਕਲੀਅਰ ਹੈ ਕਿ ਬੇਅਦਬੀ ਦੀ ਘਟਨਾ ਜਦੋਂ ਵੀ ਵਾਪਰੀ, ਉਹ ਚਾਹੇ 2015 ਦੇ ਵਿੱਚ ਹੋਵੇ ਜਾਂ ਫਿਰ ਉਸ ਤੋਂ ਬਾਅਦ ਜਦੋਂ ਕਾਂਗਰਸ ਦਾ ਕਾਰਜਕਾਲ ਸੀ ਪੰਜਾਬ ਦੇ ਵਿੱਚ ਸੱਤਾ ਦੇ ਵਿੱਚ, ਤਾਂ ਉਸ ਸਮੇਂ ਜਿਹੜੀਆਂ ਘਟਨਾਵਾਂ ਵਾਪਰੀਆਂ ਨੇ ਉਹ ਘਟਨਾਵਾਂ ਹੋਣ ਜਾਂ ਫਿਰ ਮੌਜੂਦਾ ਸਮੇਂ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਸਮੇਂ ਜਿਹੜੀਆਂ ਘਟਨਾਵਾਂ ਵਾਪਰੀਆਂ, ਚਾਹੇ ਦੀਨਾਨਗਰ ਦੀ ਹੋਵੇ, ਥੋੜੇ ਦਿਨ ਪਹਿਲਾਂ ਕੁਝ ਮਹੀਨੇ ਪਹਿਲਾਂ ਮੋਰਿੰਡਾ ਦੇ ਵਿੱਚ ਰੋਪੜ ਜ਼ਿਲ੍ਹੇ ਦੇ ਉੱਥੇ ਘਟਨਾ ਵਾਪਰੀ ਸੀ, ਤਾਂ ਸਾਰੀਆਂ ਘਟਨਾਵਾਂ ਜਦੋਂ ਵੀ ਕਦੇ ਹੋਈਆਂ ਨੇ ਉਹ ਲਾਜ਼ਮੀ ਤੌਰ ਤੇ ਬਹੁਤ ਮੰਦਭਾਗੀਆਂ ਨੇ। ਉਹਨਾਂ ਦੇ ਉੱਤੇ ਰੋਕ ਲੱਗਣੀ ਚਾਹੀਦੀ ਹੈ ਤੇ ਜਿਹੜੇ ਵੀ ਮੁਲਜ਼ਮ ਨੇ ਉਹ ਬੇਪਰਦਾ ਹੋਣੇ ਚਾਹੀਦੇ ਨੇ। ਇਸ ਦੇ ਉੱਤੇ ਸੁਖਬੀਰ ਬਾਦਲ ਹੁਣ ਸਵਾਲ ਜ਼ਰੂਰ ਚੁੱਕ ਰਹੇ ਨੇ। ਇਨਫੈਕਟ ਉਹਨਾਂ ਦੇ ਵੱਲੋਂ ਸਰਕਾਰ ਦੇ ਨਾਲ ਕੁਝ ਜਥੇਬੰਦੀਆਂ ਦੇ ਉੱਤੇ ਵੀ ਸਵਾਲ ਚੁੱਕੇ ਗਏ ਨੇ ਤੇ ਉਹਨਾਂ ਨੇ ਲਿਖਿਆ ਕਿ ਅਖੌਤੀ ਸਿੱਖ ਜਥੇਬੰਦੀਆਂ ਜੋ ਸਵਾਲ ਚੁੱਕਦੀਆਂ ਸੀ ਅੱਜ ਚੁੱਪ ਨੇ। ਸਾਡੇ ਨਾਲ ਇਸ ਸਮੇਂ ਫੋਨ ਲਾਈਨ ਦੇ ਉੱਤੇ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਜੀ ਜੁੜ ਰਹੇ ਨੇ। ਦਾਦੂਵਾਲ ਜੀ, ਬਹੁਤ-ਬਹੁਤ ਸਵਾਗਤ ਹੈ। ਸਾਬਕਾ ਪ੍ਰਧਾਨ ਨੇ HSGMC ਦੇ। ਦਾਦੂਵਾਲ ਜੀ, ਸਵਾਗਤ ਹੈ ਨਿਊਜ਼ 18 ਪੰਜਾਬ ਦੇ ਉੱਤੇ। ਸਵਾਲ ਤੁਹਾਨੂੰ ਇਸ ਕਰਕੇ ਕਿਉਂਕਿ ਕੁਝ ਜਥੇਬੰਦੀਆਂ ਦਾ ਨਾਮ ਲਿਆ ਗਿਆ, ਬਿਲਕੁਲ ਸਿੱਧੇ ਤੌਰ ਦੇ ਉੱਤੇ ਬੇਸ਼ੱਕ ਨਾਮ ਸੁਖਬੀਰ ਸਿੰਘ ਬਾਦਲ ਉਹਨਾਂ ਦੇ ਵੱਲੋਂ ਨਹੀਂ ਲਿਆ ਗਿਆ, ਪਰ ਕਿਤੇ ਨਾ ਕਿਤੇ ਇਸ਼ਾਰਾ ਲੱਗ ਰਿਹਾ ਕਿ ਤੁਹਾਡੇ ਵਾਲੇ ਪਾਸੇ ਹੈ ਕਿ ਤੁਸੀਂ ਕਿਉਂ ਨਹੀਂ ਬੋਲ ਰਹੇ ਹੁਣ ਜਦੋਂ ਬੇਅਦਬੀ ਦੀ ਘਟਨਾ ਵਾਪਰਦੀ ਹੈ 2015 ਤੇ ਹੁਣ ਵਾਲੇ 'ਚ ਕੀ ਫਰਕ ਹੈ? ਕੀ ਫਰਕ ਹੈ ਬੇਅਦਬੀ 'ਚ? ਦੇਖੋ, ਮੈਂ ਇੱਕ ਗੱਲ ਕਹਿਣੀ ਚਾਹੁੰਦਾ ਕਿ ਜਿਹੜੀ ਬਹਿਰਾਮਪੁਰ ਗੁਰਦਾਸਪੁਰ 'ਚ ਬੇਅਦਬੀ ਹੋਈ ਆ ਬਹੁਤ ਮੰਦਭਾਗੀ ਹੈ ਜੀ। ਬੇਅਦਬੀਆਂ ਜਿੱਥੇ ਵੀ ਹੋਈਆਂ ਬਹੁਤ ਮੰਦਭਾਗੀਆਂ ਨੇ। ਸਮੇਂ ਦੀਆਂ ਸਰਕਾਰਾਂ ਜਿਹੜੀਆਂ ਨਹੀਂ ਕਰਦੀਆਂ ਉਹਨਾਂ ਨੂੰ ਲੇਖਾ ਜੋਖਾ ਦੇਣਾ ਪੈਂਦਾ। ਜੇਕਰ ਬਾਦਲਾਂ ਨੇ ਨਹੀਂ ਸੀ ਕੀਤਾ ਤੇ ਬਾਦਲਾਂ ਦੇ ਹਾਲਾਤ ਕੀ ਹੈ, ਜੇ ਕੈਪਟਨ ਨੇ ਨਹੀਂ ਸੀ ਕੀਤਾ ਕੋਈ ਇਨਸਾਫ ਤੇ ਉਹਦੇ ਹਾਲਾਤ ਕੀ ਹੈ, ਤੇ ਜੇ ਅੱਜ ਦੀ ਭਗਵੰਤ ਮਾਨ ਦੀ ਸਰਕਾਰ ਨਹੀਂ ਕਰੂਗੀ ਤੇ ਇੰਜਾਮ ਉਹਨਾਂ ਨੂੰ ਚੇਤੇ ਰੱਖਣਾ ਚਾਹੀਦਾ। ਰਹੀ ਗੱਲ ਇਨਸਾਫ ਦੀ, ਬੇਅਦਬੀ ਦੇ ਸਬੰਧ ਵਿੱਚ ਮੈਂ ਪਿਛਲੇ ਦਿਨੀ ਬਿਆਨ ਵੀ ਜਾਰੀ ਕੀਤਾ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਾਲ ਮੁਲਾਕਾਤ ਵੀ ਕੀਤੀ ਸੀ ਤੇ ਉਹਨਾਂ ਨੂੰ ਕਿਹਾ ਸੀ ਇਹੋ ਜਿਹੀਆਂ ਬੇਅਦਬੀਆਂ ਤੇ ਸਖਤ ਧਾਰਾਵਾਂ ਲਾਈਆਂ ਜਾਣ, ਪਰ ਸਾਡੀ ਨਾ ਤਾਂ ਬਾਦਲਾਂ ਨੇ ਸੁਣੀ, ਨਾ ਕੈਪਟਨ ਨੇ ਸੁਣੀ ਤੇ ਨਾ ਹੀ ਅੱਜ ਭਗਵੰਤ ਮਾਨ ਨੇ ਸੁਣੀ ਹੈ। ਅਸੀਂ ਕਿਹਾ ਸੀਗਾ ਕਿ ਇਹਨਾਂ ਤੇ ਅਨਲਾਫੁਲ ਐਕਟੀਵਿਟੀ ਜਿਹੜੀ ਆ ਉਹ ਲਾਈ ਜਾਵੇ
ਨਹੀਂ ਕਹਿੰਦੇ ਤੁਸੀਂ ਬੋਲ ਨਹੀਂ ਰਹੇ, ਕਹਿੰਦੇ ਤੁਸੀਂ ਉਸ ਸਮੇਂ ਨਹੀਂ ਮੈਂ ਦਾਦੂਵਾਲ ਜੀ ਇੱਕ ਸਵਾਲ ਪੁੱਛ ਰਿਹਾ ਤੁਹਾਨੂੰ, ਸੁਣ ਲਓ ਸਾਰੀ ਗੱਲ ਸੁਣ ਲਓ ਨਾ। ਨਹੀਂ ਦੇਖੋ ਉਹ ਕਹਿ ਰਹੇ ਨੇ ਕਿ ਕਹਿੰਦੇ ਤੁਸੀਂ ਬੋਲੇ ਨਹੀਂ, ਜਿਵੇਂ 2015 ਦੇ ਵਿੱਚ ਆਵਾਜ਼ ਚੁੱਕੀ ਸੀ ਹੁਣ ਨਹੀਂ ਚੁੱਕ ਰਹੇ। ਅਸੀਂ ਤਾਂ ਬੋਲ ਥੱਕ ਗਏ। 2015 ਚ ਬੋਲੇ ਸੀ ਤੇ ਸਾਡੇ ਗੋਲੀਆਂ ਮਾਰੀਆਂ, 2 ਸਾਡੇ ਸ਼ਹੀਦ ਕਰਦੇ, ਨੇਕਾਂ ਜ਼ਖਮੀ ਕਰਦੇ ਬਾਦਲ। ਉਹ ਬੋਲਦੇ ਹੁਣ ਸਾਰਾ ਸਮਾਜ ਬੋਲ ਸਕਦਾ, ਸਿੱਖ ਤੇ ਗੈਰ ਸਿੱਖ ਬੋਲ ਸਕਦੇ, ਪਰ ਸੁਖਬੀਰ ਸਿੰਘ ਬਾਦਲ ਬੋਲੇ। ਇਹ ਤਾਂ ਕਹਿਣਾ ਪਊਗਾ ਕਿ ਸ਼ੈਤਾਨ ਕੁਰਾਨ ਦੀਆਂ ਆਇਤਾਂ ਪੜ੍ਹ ਰਿਹਾ। ਇਹਨਾਂ ਦਾ ਤਾਂ ਮੰਤਵ ਹੀ ਕੇਵਲ ਸਿਆਸੀ ਹੈ, ਸਿਆਸੀ ਗੱਲਾਂ ਕਰਨੀਆਂ, ਸਿਆਸੀ ਜਿਹੜੀਆਂ ਨੇ ਕਰਨੀਆਂ। ਜਿਹੜਾ ਹੁਣ ਸਵਾਲ ਚੁੱਕ ਰਹੇ ਨੇ ਉਹ ਵੀ ਤੁਹਾਨੂੰ ਲੱਗਦਾ ਕਿ ਸਿਆਸੀ ਨੇ? ਪੁੱਛ ਲਓ। ਨਹੀਂ ਇਹਨਾਂ ਦੇ ਸਵਾਲ ਕੀ ਮਾਇਨਾ ਰੱਖਦੇ ਨੇ ਦੱਸੋ ਮੈਨੂੰ? ਜਿਨ੍ਹਾਂ ਨੇ ਖੁਦ ਜਿਨ੍ਹਾਂ ਦੇ ਰਾਜ ਚ ਬੇਅਦਬੀਆਂ ਗੁਰੂ ਸਾਹਿਬ ਦੇ ਸਰੂਪ ਚੋਰੀ ਹੋਏ ਅੱਜ ਤੱਕ ਨਹੀਂ ਲੱਭੇ। 1.5 ਸਾਲ ਸਰਕਾਰ ਰਹੀ ਇਹਨਾਂ ਦੀ। ਜਦੋਂ ਇਹਨਾਂ ਨੂੰ ਪਤਾ ਲੱਗ ਗਿਆ ਕਿ ਇਹਦਾ ਦੋਸ਼ੀ ਸੌਦਾ ਸਾਧ ਆ, ਰਣਵੀਰ ਸਿੰਘ ਖੱਟੜਾ DIG ਸੀ, ਉਹਦੀ ਸਿੱਟ ਨੇ ਪਤਾ ਲਾ ਲਿਆ, ਇਹਨਾਂ ਨੇ ਉਹਨੂੰ ਸਾਇਲੈਂਟ ਕਰ ਦਿੱਤਾ ਕਿ ਸਾਡਾ ਨੋਟਾਂ ਤੇ ਵੋਟਾਂ ਦਾ ਸਮਝੌਤਾ ਵਾ, ਸੌਦਾ ਸਾਧ ਦਾ ਨਾਂ ਨਹੀਂ ਹੋਣਾ ਚਾਹੀਦਾ। ਇਹ ਪੁਸਤ ਬਣਾਈ ਕਰਦੇ ਰਹੇ। ਥੋੜਾ ਵੇਟ ਕਰਿਓ ਦਾਦੂਵਾਲ ਜੀ, ਦੋਸ਼ੀਆਂ ਨੂੰ ਬਚਾਇਆ ਇਹਨਾਂ ਨੇ। ਤੁਹਾਡੀ ਗੱਲ ਆਈ ਹੈ, ਮੈਂ ਤੁਹਾਡੇ ਤੋਂ ਜਵਾਬ ਲਵਾਂਗਾ। ਹੋਰ ਕੋਈ ਵੀ ਕੁਝ ਕਹੇ, ਪਰ ਸੁਖਬੀਰ ਸਿੰਘ ਬਾਦਲ ਨੂੰ ਕੋਈ ਹੱਕ ਨਹੀਂ, ਇਹ ਇਨਸਾਫ ਨਹੀਂ ਦੇ ਸਕੇ ਤੇ ਇਹਨਾਂ ਨੇ ਉਸ ਬੇਅਦਬੀ ਦੀ ਅੱਜ ਤੱਕ ਕਿਤੇ ਮਾਫੀ ਮੰਗੀ ਇਹਨਾਂ ਨੇ। ਥੋੜੇ ਇੱਕ ਵਾਰੀ ਸੁਣੋ ਸਰ ਕੀ ਕਹਿ ਰਹੇ ਨੇ, ਉਹ ਵੀ ਤੁਹਾਨੂੰ ਸੁਣਵਾਉਂਦੇ ਆ। ਤੁਹਾਡੀ ਗੱਲ ਆਈ ਹੈ, ਮੈਂ ਤੁਹਾਡੇ ਕੋਲ ਵਾਪਸ ਆਉਣਾ। ਸਾਡੇ ਨਾਲ ਗੁਰਚਰਨ ਸਿੰਘ ਗਰੇਵਾਲ ਜੀ ਜੁੜ ਰਹੇ ਨੇ, ਜਨਰਲ ਸਕੱਤਰ ਨੇ SGPC ਦੇ। ਗਰੇਵਾਲ ਸਾਹਿਬ ਬਹੁਤ ਬਹੁਤ ਸਵਾਗਤ ਹੈ। ਅਕਾਲੀ ਦਲ ਦੇ ਪ੍ਰਧਾਨ ਸਵਾਲ ਚੁੱਕਦੇ ਨੇ, ਆਖਿਰ ਸਵਾਲ ਚੁੱਕਣੇ ਕਿਉਂ ਪੈ ਰਹੇ ਨੇ, ਤੇ ਅਖੌਤੀ ਜਥੇਬੰਦੀਆਂ ਦਾ ਜ਼ਿਕਰ ਕੀਤਾ। ਬੇਸ਼ੱਕ ਨਾਮ ਨਹੀਂ ਲਿਆ, ਪਰ ਲੋਕ ਸਮਝ ਰਹੇ ਨੇ ਕਿ ਦਾਦੂਵਾਲ ਜੀ ਵਾਲੇ ਪਾਸੇ ਇਸ਼ਾਰਾ ਹੈ, ਜਾਂ ਫਿਰ ਹੋ ਸਕਦਾ ਧਿਆਨ ਸਿੰਘ ਮੰਡ ਜੀ ਵਾਲੇ ਪਾਸੇ ਇਸ਼ਾਰਾ ਹੋਵੇ, ਜਾਂ ਹੋਰ ਜਿਹੜੇ ਸਿੱਖ ਲੀਡਰ ਉਸ ਸਮੇਂ ਜਿਹੜੇ ਸਵਾਲ ਚੁੱਕ ਰਹੇ ਸੀ ਉਹਨਾਂ ਵਾਲੇ ਪਾਸੇ ਇਸ਼ਾਰਾ ਹੋਵੇ। ਸਵਾਲ ਕਿਉਂ ਚੁੱਕੇ ਜਾ ਰਹੇ ਨੇ ਤੇ ਤੁਹਾਨੂੰ ਲੱਗਦਾ ਹੈ, ਤੁਹਾਨੂੰ ਫਰਕ ਕੀ ਲੱਗ ਰਿਹਾ 2015 ਤੇ 2023 ਦੇ ਵਿੱਚ ਜਿਹੜੀ ਘਟਨਾ ਵਾਪਰੀ ਹੈ ਦੀਨਾਨਗਰ 'ਚ? ਦੇਖੋ ਜੀ, ਗੱਲ ਇਹ ਆ, ਇੱਥੇ ਬੈਠ ਕੇ ਮੈਂ ਦਾਦੂਵਾਲ ਸਾਹਿਬ ਨੂੰ ਕਹਾਂ ਜੀ ਤੂੰ ਮਾੜਾ, ਤੇ ਦਾਦੂਵਾਲ ਸਾਹਿਬ ਮੈਨੂੰ ਕਹਿਣ ਵੀ ਤੂੰ ਮਾੜਾ ਜੀ, ਇਹ ਤਾਂ ਇੱਕ ਤਮਾਸ਼ਾ ਵੈਸੇ ਬਣ ਗਿਆ। ਪਰ ਮੈਨੂੰ ਇਹ ਦੱਸੋ ਕਿ ਇਸ ਗੱਲ ਲਈ ਜਿਹੜਾ ਸੁਖਬੀਰ ਸਿੰਘ ਬਾਦਲ ਨੇ ਜੇ ਸਵਾਲ ਚੁੱਕਦਾ, ਦੱਸੋ ਕੀ ਮਾੜਾ ਜੀ ਉਹ 'ਚ? ਦਾਦੂਵਾਲ ਸਾਹਿਬ ਚੁੱਕਣ ਤੇ ਉਹ ਚੰਗਾ, ਤੇ ਸੁਖਬੀਰ ਸਿੰਘ ਬਾਦਲ ਚੁੱਕੇ ਉਹ ਮਾੜਾ। ਹੁਣ ਦੋਸ਼ ਰੱਟਾ ਇੱਕੋ ਹੀ ਕਹਾਣੀ, ਇੱਕ ਵਾਰ ਨਹੀਂ ਰੋਜ਼ ਤੁਸੀਂ 10 ਵਾਰ ਰੋਜ਼ ਤੁਸੀਂ ਸੁਣਾ ਦਿੰਦੇ ਹੋ, ਤੇ ਕਿਉਂਕਿ ਤੁਸੀਂ ਇਹਦੀ TRP ਲੈਣੀ ਹੁੰਦੀ ਆ, ਤੁਸੀਂ ਇਹ ਸੁਣਵਾ ਦਿੰਦੇ ਹੋ ਕਿ ਉਹ ਜੀ ਗੋਲੀਆਂ ਵੱਜ ਗਈਆਂ, ਹੋ ਗਿਆ, ਮੈਨੂੰ ਅੰਦਰ ਕਰਤਾ, ਫਲਾਨਾ ਕਰਤਾ। ਹੁਣ ਤਾਂ ਕਿਸੇ ਨੇ ਨਹੀਂ ਅੰਦਰ ਕੀਤਾ। ਹੁਣ ਤਾਂ ਤੁਸੀਂ ਗੱਲ ਕਰੋ ਸਿਰਫ ਇੱਕ ਬਿਆਨ ਦੇ ਕੇ ਇਹ ਵੀ ਜਿਹੜਾ ਭਗਵੰਤ ਮਾਨ ਵੀ ਉਹੀ ਗੱਲ ਕਰ ਰਿਹਾ, ਇਸ ਨਾਲ ਤੁਸੀਂ ਕੱਪੜੇ ਝਾੜਦੇ। ਅਕਾਲੀ ਦਲ ਨੇ ਇਸ ਗੱਲ ਲਈ 7 ਸਾਲ ਦੀ ਵੇਟ ਕੀਤੀ। ਕਿਸੇ ਕੋਰਟ 'ਚ ਜਾ ਕੇ, ਕਿਸੇ ਵੀ ਕੋਰਟ ਵਿੱਚ ਜਾ ਕੇ ਇਹ ਨਹੀਂ ਕਿਹਾ ਕਿ ਅਸੀਂ ਬੇਦੋਸ਼ੀ ਆ, ਉਹਨਾਂ ਨੇ ਕਿਹਾ ਕਿ ਇਨਕੁਆਇਰੀ ਕਰੋ। ਉਹਦੇ ਵਿੱਚ ਇਨਕੁਆਇਰੀਆਂ ਸਾਰਿਆਂ ਦੀਆਂ ਚੱਲੀਆਂ, ਤੇ ਭਗਵੰਤ ਮਾਨ ਸਾਹਿਬ ਜਿਹੜੇ ਅੱਜ ਬੈਠੇ ਆ ਸੱਤਾ ਦੇ ਉੱਤੇ, ਇਹਨਾਂ ਨੇ ਹੀ ਇੱਕ ਰਿਪੋਰਟ ਜਾਰੀ ਕੀਤੀ ਜਿਹੜੀ ਹਾਈ ਕੋਰਟ ਦੇ ਕਹਿਣ ਤੇ ਕੀਤੀ ਗਈ। ਉਹਦੇ 'ਚ ਉਹਨਾਂ ਨੇ ਕਿਹਾ ਕਿ ਕੋਈ ਬੰਦਾ ਦੋਸ਼ੀ ਨਹੀਂ ਹੈਗਾ ਅਕਾਲੀ ਦਲ ਨਾਲ ਸੰਬੰਧਿਤ ਜਾਂ ਅਕਾਲੀ ਲੀਡਰ। ਮੈਂ ਨਹੀਂ ਬਣਾਈ ਰਿਪੋਰਟ, ਦਾਦੂਵਾਲ ਸਾਹਿਬ ਵੀ ਉਸ ਗੱਲ ਨੂੰ ਜਾਣਦੇ ਆ। ਹੁਣ ਮਸਲਾ ਇਹ ਹੈ ਕਿ ਦਾਦੂਵਾਲ ਸਾਹਿਬ ਜੇ ਜਾ ਕੇ ਜਿਹੜੀ BJP ਹੈ, ਕਿਉਂਕਿ ਇਹ ਧਾਰਮਿਕ ਆਗੂ ਆ, ਜੇ BJP ਦੀ ਗੱਲ ਕਰਨਗੇ, ਖੱਟੜ ਸਾਹਿਬ ਦੇ ਚਰਨਾਂ 'ਚ ਬੈਠਣਗੇ, ਮੋਦੀ ਸਾਹਿਬ ਜਿੰਦਾਬਾਦ ਕਰਨਗੇ, ਤਾਂ ਇਹ ਬਿਲਕੁਲ ਸਿਧਾਂਤਕ ਨੇ। ਜੇ ਸੁਖਬੀਰ ਸਿੰਘ ਬਾਦਲ ਨੇ 7 ਸਾਲ ਵੇਟ ਕਰਕੇ ਵੀ ਤੁਸੀਂ ਸਾਡਾ ਗੁਨਾਹ ਪੈਦਾ ਕਰੋ, ਵਿਰੋਧੀਆਂ ਦੀ ਕੈਪਟਨ ਦੀ 5 ਸਾਲ ਸਰਕਾਰ ਆਈ, 2 ਸਾਲ 1.5 ਸਾਲ ਹੋ ਗਿਆ, ਇਹਨਾਂ ਤੋਂ ਸੁਣ ਲਓ ਜੀ ਦਾਦੂਵਾਲ ਸਾਹਿਬ, ਇੱਕ ਮਿੰਟ ਸੁਣ ਲਓ। ਨਹੀਂ ਇੱਕ ਇੱਕ ਕਰਕੇ ਦੇਖੋ, ਆਪਾਂ ਕੋਈ ਮੈਂ ਬਿਲਕੁਲ ਰਿਕੁਐਸਟ ਕਰ ਰਹੇ ਹਾਂ ਕਿ ਦੇਖੋ ਸਾਡਾ ਜੋੜਨ ਦਾ ਮਕਸਦ ਕੀ ਹੈ। ਹੁਣ ਗਰੇਵਾਲ ਸਾਹਿਬ ਸਵਾਲ ਚੁੱਕ ਰਹੇ ਨੇ, ਪਰ ਗੱਲ ਇਹ ਹੈ ਕਿ ਸਾਡਾ ਮਕਸਦ ਇਹ ਹੈ ਕਿ ਜੇਕਰ ਇੱਕ ਧਿਰ ਨੇ ਸਵਾਲ ਚੁੱਕੇ ਨੇ, ਦੂਜੀ ਧਿਰ ਉਸਦੀ ਧਿਰ ਕੀ ਕਰੀ ਲੋਕਾਂ ਨੂੰ ਪਤਾ ਲੱਗੇ। ਮੈਂ ਇਸ ਕਰਕੇ ਰਿਕੁਐਸਟ ਕਰ ਰਿਹਾ ਦਾਦੂਵਾਲ ਜੀ, ਮੈਂ ਤੁਹਾਡੇ ਕੋਲ ਆਵਾਂਗਾ, ਬੇਫਿਕਰ ਰਹੋ, ਤੁਸੀਂ ਆਪਣੀ ਗੱਲ ਪੂਰੀ ਰੱਖਿਓ। ਇੱਕ ਵਾਰ ਗਰੇਵਾਲ ਸਾਹਿਬ ਨੂੰ ਕੰਪਲੀਟ ਕਰ ਲੈਣ ਦਿਓ, ਪਲੀਜ਼ ਕੰਪਲੀਟ ਕਰ ਲੈਣ ਦਿਓ। ਗਰੇਵਾਲ ਜੀ ਕੰਪਲੀਟ ਕਰ ਲਓ ਤੁਸੀਂ ਆਪਣੀ ਗੱਲ ਕਰਦੀ। ਤੇ ਜੇ ਮੈਂ ਕਹਿੰਦਾ ਤੁਸੀਂ ਖੱਟਰ ਸਾਹਿਬ ਦੇ ਚਰਨਾਂ 'ਚ ਬੈਠ ਕੇ ਡੰਡੌਤ ਪ੍ਰਣਾਮ ਕਰਦੇ ਹੋ, ਤੇ ਜਿਹੜੇ RSS ਦਾ ਏਜੰਡਾ ਤੁਸੀਂ ਲਾਗੂ ਕਰਾਉਂਦੇ ਹੋ, ਫਿਰ ਤੁਹਾਨੂੰ ਮਿਰਚਾਂ ਲੱਗੀਆਂ। ਜੇ ਨਹੀਂ ਕਰਦੇ ਤਾਂ ਫਿਰ ਗੁੱਸਾ ਕਰ ਨਹੀਂ ਕਰਦੇ ਹੋ। ਮੈਂ ਦੱਸਦਾ ਗਰੇਵਾਲ ਸਾਹਿਬ, ਚਲੋ ਜਵਾਬ ਲਓ ਗਰੇਵਾਲ ਸਾਹਿਬ, ਛੋਟੀ ਜੀ ਤੁਹਾਡੇ ਵਾਲੀ ਭਾਸ਼ਾ 'ਚ ਮੈਂ ਵੀ ਗੱਲ। ਗਰੇਵਾਲ ਸਾਹਿਬ ਇੱਕ ਵਾਰ ਜਵਾਬ ਲੈ ਲਓ, ਇੱਕ ਵਾਰ ਜਵਾਬ ਲੈ ਲਓ ਤੁਸੀਂ ਜੀ, ਇੱਕ ਵਾਰੀ ਜਵਾਬ ਲੈ ਲਓ। ਦਾਦੂਵਾਲ ਜੀ ਸੁਣ ਲਓ, ਮੇਰੀ ਗੱਲ ਸੁਣੋ। ਦਾਦੂਵਾਲ ਇੱਕ ਕਰਕੇ ਲੋਕਾਂ ਨੂੰ ਸਮਝ ਆਵੇ। ਜਵਾਬ ਲੈ ਲਓ ਮੇਰੇ ਤੋਂ, ਹੁਣ ਜਵਾਬ ਲੈ ਲਓ। ਦਾਦੂਵਾਲ ਪੰਜਾਬ ਦਾ CM ਨਹੀਂ ਰਿਹਾ ਤੇ ਡਿਪਟੀ CM ਨਹੀਂ ਰਿਹਾ। ਦਾਦੂਵਾਲ ਸਵਾਲ ਚੁੱਕ ਸਕਦਾ, ਸੁਖਬੀਰ ਸਿੰਘ ਬਾਦਲ ਨਹੀਂ ਚੁੱਕ ਸਕਦਾ।
ਜਿਹਦੇ ਰਾਜ ਚ ਸਰੂਪ ਗੁੰਮ ਹੋਏ ਤੇ ਇਨਸਾਫ ਮੰਗਦਿਆਂ ਨੂੰ ਗੋਲੀਆਂ ਮਾਰੀਆਂ। ਤੁਸੀਂ ਕਹਿੰਦੇ ਆ ਹੋਏ, ਮੈਨੂੰ ਦੱਸੋ। ਸੁਣ ਲਓ ਪੂਰੀ, ਹੁਣ ਮਿਰਚਾਂ ਨਾ ਲਾਓ, ਮਿਰਚਾਂ ਨਾ ਲਾਓ ਗਰੇਵਾਲ ਸਾਹਿਬ, ਸੁਣ ਲਓ। ਹੁਣ ਵਲਟੋਏ ਵਾਲੀ ਗੱਲ ਤੇ ਨਾ ਉਤਰੋ, ਵਲਟੋਏ ਵਾਲੀ ਭਾਸ਼ਾ 'ਚ ਗੱਲ ਕਰੋਗੇ ਜਵਾਬ ਵਲਟੋਏ ਵਾਲਾ ਮਿਲੂਗਾ, ਜੇ ਇੱਜ਼ਤ ਨਾਲ ਗੱਲ ਕਰੋਗੇ ਜਵਾਬ ਇੱਜ਼ਤ ਨਾਲ ਮਿਲੂਗਾ। ਥੋੜਾ ਜਿਹਾ ਰਿਕੁਐਸਟ ਕਰ ਰਹੇ ਇੱਕ ਕਰਕੇ ਗੱਲ ਰੱਖ ਲਓ, ਥੋੜਾ ਜਿਹਾ ਆਪਾਂ ਧਰਮ ਵੀ ਰੱਖੀਏ ਔਰ ਥੋੜੀ ਲਿਆਕਤ ਰੱਖੀਏ ਆਪਣੇ ਸ਼ਬਦਾਂ ਦੇ ਵਿੱਚ ਨਾ, ਜ਼ਰੂਰੀ ਹੁੰਦੀ ਹੈ। ਆਪਣੇ ਪਰਿਵਾਰ ਬੈਠ ਕੇ ਸੁਣ ਰਹੇ ਹੁੰਦੇ ਨੇ, ਆਪਾਂ ਸੋਚੀਏ। ਦਾਦੂਵਾਲ ਜੀ, ਗਰੇਵਾਲ ਸਾਹਿਬ, ਤੁਸੀਂ ਬਹੁਤ ਸੀਨੀਅਰ ਹੋ, ਬਹੁਤ ਤਜਰਬੇਕਾਰ ਹੋ, ਚੀਜ਼ਾਂ ਨੂੰ ਸਮਝਦੇ ਹੋ। ਮੇਰੀ ਰਿਕੁਐਸਟ ਹੈ, ਜਦੋਂ ਆਪਾਂ ਚੈਨਲ ਤੇ ਬੋਲ ਰਹੇ ਹਾਂ ਨਾ, ਇਹ ਸਿਰਫ ਆਪਣੇ ਤਿੰਨਾਂ ਦੇ ਵਿਚਾਲੇ ਗੱਲ ਨਹੀਂ ਹੋ ਰਹੀ, ਇਹਨੂੰ ਲੱਖਾਂ ਲੋਕ ਸੁਣ ਰਹੇ ਨੇ, ਪੰਜਾਬ 'ਚ ਬੈਠੇ ਨੇ, ਵਿਦੇਸ਼ 'ਚ ਬੈਠੇ। ਇੱਕ ਕਰਕੇ ਗੱਲ ਕਰ ਲਓ। ਦਾਦੂਵਾਲ ਜੀ ਕੰਪਲੀਟ ਕਰ ਲਓ, ਤੁਸੀਂ ਆਪਾਂ ਨਾਲ ਦੀ ਨਾਲ ਜਵਾਬ ਲਵਾਂਗੇ। ਦਾਦੂਵਾਲ ਜੀ ਕੰਪਲੀਟ ਕਰ ਲਓ। ਗੱਲ ਤਾਂ ਕੰਪਲੀਟ ਕਰਦੇ, ਗੱਲ ਕੰਪਲੀਟ ਕਾਹਦੀਆਂ ਤਰੀਕਾ ਭੁਗਤਦੇ ਹੋ ਫਰੀਦਕੋਟ। ਗਰੇਵਾਲ ਸਾਹਿਬ ਥੋੜੀ ਵੇਟ ਕਰੋ ਸਰ, ਤੁਹਾਡੇ ਤੋਂ ਜਵਾਬ ਲਵਾਂਗਾ, ਬੇਫਿਕਰ ਰਹੋ। ਤੁਹਾਡੀ ਪੂਰੀ ਗੱਲ ਲਵਾਂਗੇ, ਦਰਸ਼ਕਾਂ ਤੱਕ ਪਹੁੰਚੇਗੀ ਪੂਰੀ ਗੱਲ। ਸਾਰੇ ਮੇਰੇ ਨਹੀਂ ਪਹੁੰਚ ਰਹੀ। ਦੁਬਾਰਾ ਇਸ ਨੂੰ ਸੁਣ ਲਿਆ YouTube ਤੇ, ਤੁਹਾਨੂੰ ਸਮਝ ਨਹੀਂ ਆਏਗਾ ਕਿ ਕੌਣ ਕੀ ਬੋਲ ਰਿਹਾ ਹੈ, ਐਂਕਰ ਕੀ ਬੋਲ ਰਿਹਾ ਸੀ, ਸਾਡੀਆਂ ਤਰੀਕਾਂ ਪੈਣ ਤੇ ਝੂਠੀਆਂ। ਗਰੇਵਾਲ ਸਾਹਿਬ ਕੀ ਬੋਲ ਰਹੇ ਨੇ? ਮੇਰੀ ਰਿਕੁਐਸਟ ਹੈ, ਮੇਰੀ ਰਿਕੁਐਸਟ ਹੈ। ਤਰੀਕਾਂ ਕਾਰੀਆਂ ਇਸ 5-5 ਸਾਲ ਜੋਧਪੁਰ ਦੀਆਂ ਜੇਲ੍ਹ ਕੱਟ ਰਹੇ। ਮੈਂ ਉਹੀ ਤੁਹਾਡੀਆਂ ਪਾਈਆਂ ਤਰੀਕਾਂ ਅਸੀਂ ਭੁਗਤਦੇ ਰਹੇ ਹਾਂ, ਸੱਚੀਆਂ ਨੇ, ਜਿਨ੍ਹਾਂ ਨੂੰ ਵੋਟਾਂ ਨੇ ਬਰੀ ਕੀਤਾ। ਕੋਈ ਗਰੇਵਾਲ ਸਾਹਿਬ ਸਾਨੂੰ ਬਰੀ ਕੀਤਾ ਵਾ, ਕਿਉਂ ਮਿਰਚਾਂ ਲੱਗਦੀਆਂ? ਸੁਣ ਲਓ, ਸੱਚਾਈ ਤਰੀਕਾਂ ਕਾਹਦੀਆਂ ਭੁਗਤਦੇ ਹੋ। ਦੋਸ਼ੀ ਦਾ ਸਿੱਧ ਕਰਦੇ, ਸੇਟਨੇ ਦਾ ਦੋਸ਼ੀ ਸਿੱਧ ਕਰਦੇ, ਜਾਂਚ ਕਮਿਸ਼ਨਰ ਨੇ ਸੋਧੀ ਸਿੱਧ ਕਰਦੇ। ਠੀਕ ਹੈ ਦਾਦੂਵਾਲ ਜੀ, ਥੋੜੇ ਵੇਟ ਕਰੋ, ਇੱਕ ਵਾਰੀ ਤੁਹਾਡੀ ਗੱਲ ਆ ਗਈ ਹੈ। ਦਾਦੂਵਾਲ ਜੀ ਥੋੜੀ ਵੇਟ ਕਰੋ, ਇੱਕ ਵਾਰੀ ਉਹਨਾਂ ਨੂੰ ਬੋਲ ਲੈਣ ਦਿਓ, ਇੱਕ ਵਾਰੀ ਬੋਲ ਲੈਣ ਦਿਓ। ਗਰੇਵਾਲ ਸਾਹਿਬ ਦੀ ਗੱਲ ਸੁਣੋ। ਨਹੀਂ, ਇਸ ਤਰੀਕੇ ਨਾਲ ਗੱਲ ਨਹੀਂ ਨਾ ਹੋ ਸਕਦੀ। ਮੈਂ ਉਹੀ ਕਹਿ ਰਿਹਾ ਕਿ ਫਿਰ ਤੁਹਾਡੀ ਗੱਲ ਨਹੀਂ ਲੋਕਾਂ ਤੱਕ ਪਹੁੰਚ ਰਹੀ। ਤੁਸੀਂ ਬਹੁਤ ਦੋਵੇਂ ਸੀਨੀਅਰ ਹੋ, ਬਹੁਤ ਵੱਡੇ ਅਹੁਦਿਆਂ ਦੇ ਉੱਤੇ ਹੋ। ਮੈਨੂੰ ਵੀ ਤੂੰ ਬਹੁਤ ਕਰਨਾ ਆਉਂਦਾ, ਪਰ ਮੈਂ ਕਰਨਾ ਨਹੀਂ। ਮੈਂ ਉਹੀ ਕਹਿ ਰਿਹਾ, ਰਿਕੁਐਸਟ ਹੈ ਥੋੜਾ ਜਿਹਾ ਆਪਾਂ ਜ਼ਰੂਰ ਲਿਆਕਤ ਰੱਖੀਏ ਆਪਣੇ ਸ਼ਬਦਾਂ ਦੇ ਵਿੱਚ। ਥੋੜਾ ਦਾਦੂਵਾਲ ਜੀ, ਥੋੜਾ ਜਿਹਾ ਵੇਟ ਕਰੋ ਪਲੀਜ਼। ਚੰਗਾ ਨਹੀਂ ਲੱਗਦਾ ਕਿ ਮੈਂ ਟੀਮ ਨੂੰ ਕਹਾਂ ਕਿਸੇ ਦੀ ਵੀ, ਗਰੇਵਾਲ ਸਾਹਿਬ ਦੀ ਜਾਂ ਦਾਦੂਵਾਲ ਜੀ ਦੀ ਆਪਾਂ ਵੋਲਿਊਮ ਘਟਾਈਏ, ਆਵਾਜ਼ ਬੰਦ ਕਰੀਏ, ਨਹੀਂ ਅੱਛਾ ਲੱਗਦਾ ਨਾ। ਤੁਸੀਂ ਬਹੁਤ ਸੀਨੀਅਰ ਹੋ ਦੋਵੇਂ, ਮੈਂ ਇਸ ਕਰਕੇ ਰਿਕੁਐਸਟ ਕਰ ਰਿਹਾ ਇੱਕ ਕਰਕੇ ਗੱਲ ਕਰ ਲਓ। ਦਾਦੂਵਾਲ ਜੀ ਤੁਹਾਡੀ ਗੱਲ ਆ ਗਈ, ਪਲੀਜ਼ ਥੋੜਾ ਜਿਹਾ ਹੋਲਡ ਕਰਿਓ। ਹਾਂ ਗਰੇਵਾਲ ਨੂੰ ਸਹੀ ਗਲਤ ਨੂੰ ਗਲਤ ਕਹੋ। ਨਹੀਂ ਠੀਕ ਹੈ ਨਾ, ਉਹਨਾਂ ਨੂੰ ਗੱਲ ਕਰ ਲੈਣ ਦਿਓ, ਉਹਨਾਂ ਦੀ ਗੱਲ ਤਾਂ ਆਣ ਦਿਓ ਨਾ ਸਹੀ ਇੱਕ ਵਾਰੀ, ਉਹਨਾਂ ਦੀ ਗੱਲ ਤਾਂ ਸੁਣ ਲਓ ਤੁਸੀਂ। ਗਰੇਵਾਲ ਸਾਹਿਬ ਗਰੇਵਾਲ ਸਾਹਿਬ ਦੀ ਗੱਲ ਸੁਣੋ ਜੀ ਇੱਕ ਵਾਰੀ। ਦਾਦੂਵਾਲ ਜੀ ਪਲੀਜ਼ ਰਿਕੁਐਸਟ ਹੈ, ਥੋੜਾ ਜਿਹਾ ਹੋਲਡ ਕਰਿਓ। ਚਾਰਜ ਸੀਟ ਕਾਹਦੇ 'ਚ ਕੀਤਾ ਵਾ ਸੁਖਬੀਰ ਸਿੰਘ ਬਾਦਲ ਨੂੰ? ਸੁਣੋ ਨਾ ਸਹੀ ਨਾ, ਉਹ ਕੀ ਕਹਿਣਾ ਚਾਹੁੰਦੇ ਨੇ, ਸੁਣੋ ਤਾਂ ਸਹੀ ਨਾ। ਗਰੇਵਾਲ ਸਾਹਿਬ ਤੁਸੀਂ ਆਪਣੀ ਗੱਲ ਰੱਖੋ, ਥੋੜਾ ਜਿਹਾ ਛੋਟਾ ਰੱਖਿਓ, ਮੈਂ ਨਾਲ ਦੀ ਨਾਲ ਜਵਾਬ ਲੈਣ ਦੀ ਕੋਸ਼ਿਸ਼ ਕਰੂੰਗਾ। ਰਿਕੁਐਸਟ ਹੈ, ਇੱਕ ਕਰਕੇ ਬੋਲਦੇ ਰਹੋ। ਗਰੇਵਾਲ ਜੀ ਦੇਖੋ ਜੀ, ਦਾਦੂਵਾਲ ਸਾਹਿਬ ਮੈਨੂੰ ਧਮਕੀ ਦਿੰਦੇ ਆ ਵਲਟੋਏ ਵਾਲੀ ਭਾਸ਼ਾ। ਮੈਨੂੰ ਤਾਂ ਵਲਟੋਏ ਵਾਲੀ ਭਾਸ਼ਾ ਤੋਂ ਹੀ ਵੱਡੀ ਭਾਸ਼ਾ ਆਉਂਦੀ ਆ, ਪਰ ਮੈਂ ਮਰਜ਼ਾਦਾ ਚ ਰਹਿਣਾ, ਮੈਂ ਬੜਾ ਸਤਿਕਾਰ ਕਰਦਾ ਦਾਦੂਵਾਲ ਦਾ। ਅੱਜ ਮਰਜ਼ਾਦਾ ਭੁੱਲ ਗਏ ਅੱਜ ਤੁਸੀਂ। ਨਹੀਂ ਸੁਣੋ ਗੱਲ ਸੁਣੋ। ਦਾਦੂਵਾਲ ਸਾਹਿਬ, ਜੇ ਤੁਹਾਡੇ ਕੋਲ ਅਧਿਕਾਰ ਆ, ਤੁਸੀਂ ਇੱਕ ਸਿੱਖ ਜਿਹੜਾ ਤੁਹਾਡੇ ਮੁਤਾਬਕ ਸਿੱਖ ਨਹੀਂ ਹੋਊਗਾ, ਪਰ ਉਹ ਇੱਕ ਅਮਰਧਾਰੀ ਸਿੱਖ ਆ ਸੁਖਬੀਰ ਸਿੰਘ ਬਾਦਲ, ਉਹਦੇ ਬਾਰੇ ਤੁਸੀਂ ਕਹਿੰਦੇ ਹੋ ਕਿ ਉਹ ਇਹ ਗੱਲ ਦਾ ਅਧਿਕਾਰ ਨਹੀਂ ਰੱਖਦਾ ਕਿ ਉਹ ਗੱਲ ਕਰੇ। ਦੇਖੋ, ਤੁਸੀਂ ਉਸ ਮਸਲੇ ਸੀਗੇ ਜਦੋਂ ਤੁਸੀਂ ਕਿਹਾ ਕਿ ਸਾਨੂੰ ਪ੍ਰਕਾਸ਼ ਸਿੰਘ ਬਾਦਲ ਦੀ ਪੁਲਿਸ ਤੇ ਇਤਬਾਰ ਨਹੀਂ, ਤੁਸੀਂ ਇਹ ਕੇਸ ਸੀਬੀਆਈ ਕੋਲ ਬਿਲਕੁਲ ਨਹੀਂ ਕਿਹਾ, ਇਹ ਵੀ ਝੂਠ ਆ। ਦਾਦੂਵਾਲ ਸਾਹਿਬ ਸਾਰੇ ਸੰਤ ਸਮਾਜ ਨੇ ਇੱਕ ਬਿਆਨ ਸੰਤ ਸਮਾਜ ਦਾ ਤੁਹਾਡੇ ਨਾਲ ਰਿਲੇਟਡ ਆ, ਉਹਨਾਂ ਨੂੰ ਕਹਿ ਕੇ ਤੁਸੀਂ ਉਹਨਾਂ ਤੋਂ ਸੀਬੀਆਈ ਦੀ ਜਾਂਚ ਆਪਣੇ ਗਲੋਂ ਗਲਾਵਾਂ ਲਾਉਣ ਲਈ ਦਿੱਤੀ। ਤੁਸੀਂ ਗੱਲਾਂ ਮਾਰਦੇ ਦੱਸੋ ਕਾਹਨੂੰ ਗਲਤ ਗੱਲ ਕਰਦੇ ਹੋ ਦਾਦੂਵਾਲ ਸਾਹਿਬ? ਗਲਤ ਗੱਲ ਤੁਸੀਂ ਕਰ ਰਹੇ ਆ। ਗਰੇਵਾਲ ਸਾਹਿਬ ਇੱਕ ਬਿਆਨ ਦਿਖਾਓ ਮੈਨੂੰ ਸੀਬੀਆਈ ਦੀ ਜਾਂਚ ਦੀ ਮੰਗਦਾ ਸਾਡਾ। ਕਿਉਂ ਕਾਹਲੀ ਚ ਕਿਉਂ ਇੰਨੇ ਗਲਤ ਕਿਉਂ ਕਹਿੰਦੇ ਆ? ਗਲਤ ਨਾ ਬੋਲੋ, ਝੂਠ ਨਾ ਬੋਲੋ, ਸਹੀ ਗੱਲ ਕਰੋ, ਸਹੀ ਜਵਾਬ ਲਓ। ਉਹ ਗੱਲ ਤਾਂ ਸਹੀ ਗੱਲ ਕਰੋ, ਸਹੀ ਜਵਾਬ ਲਓ। ਜੇ ਜਿੱਦਾਂ ਦੀ ਇੱਜ਼ਤ ਤੁਸੀਂ ਕਰਦੇ ਉਦਾਂ ਦੀ ਮੈਂ ਕਰਦਾ ਤੁਹਾਡੀ। ਪਰ ਗੱਲ ਤਾਂ ਸੁਣਨੀ ਜੇ ਗੱਲ ਸੁਣਨੀ ਤਾਂ ਬੰਦ ਕਰ ਦਿਓ ਜੀ ਗੌਰਵ ਜੀ। ਸੁਣਾਓ, ਤਾਂ ਹੀ ਕਹਿ ਰਿਹਾ ਇੱਕ ਕਰਕੇ ਗੱਲ ਰੱਖਦੇ ਹੋ। ਝੂਠ ਨਾ ਬੋਲੋ। ਦਾਦੂਵਾਲ ਜੀ ਥੋੜਾ ਜਿਹਾ ਵੇਟ ਕਰ ਲਓ ਤੁਸੀਂ, ਮੈਂ ਉਹੀ ਕਹਿ ਰਿਹਾ ਦਾਦੂਵਾਲ ਜੀ ਪਲੀਜ਼ ਥੋੜਾ ਜਿਹਾ ਵੇਟ ਕਰ ਲਓ, 10-20 ਸੈਕਿੰਡ 1 ਮਿੰਟ ਉਹਨਾਂ ਨੂੰ ਬੋਲ ਲੈਣ ਦਿਓ। ਤੁਸੀਂ ਆਪਣੀ ਗੱਲ ਰੱਖਿਓ, ਕੋਈ ਇੱਥੇ ਮਾਮਲੇ 'ਚ ਲੜਾਈ ਆਪਾਂ ਪੂਰੀ ਗੱਲ ਸਭ ਦੀ ਸਾਰਿਆਂ ਨੇ ਇਹ ਗੱਲ ਕਹੀ, ਉਹਨਾਂ ਸਾਰਿਆਂ ਨੇ ਕਹੀ। ਤੁਸੀਂ ਦਾਦੂਵਾਲ ਸਾਹਿਬ ਹੈਗੇ ਜੇ ਨਹੀਂ ਹੈਗੇ ਮੈਨੂੰ ਯਾਦ ਨਹੀਂ, ਸਾਰੇ ਸੰਤ ਸਮਾਜ ਨੇ ਕਹੀ, ਸਣੇ ਢੱਡਰੀਆਂ ਵਾਲੇ, ਸਣੇ ਪੰਥ ਪ੍ਰੀਤ ਇਹੋ ਹੀ ਲੜਾਈ ਲੜਦੇ ਸੀ ਨਾ। ਉਹਨਾਂ ਨੇ ਕਿਹਾ ਜੀ ਸਾਨੂੰ ਇਤਬਾਰ ਨਹੀਂ ਹੈਗਾ, ਸੀਬੀਆਈ ਨੂੰ ਦੇ ਦਿਓ। ਦੂਜੇ ਦਿਨ ਸੀਬੀਆਈ ਨੂੰ ਇਨਕੁਆਇਰੀ ਦੇਤੀ। ਹੁਣ ਮੈਨੂੰ ਦੱਸੋ ਕਿ 7 ਸਾਲ ਦੀ ਵੇਟ ਕੀਤੀ ਆ, 7 ਸਾਲਾਂ 'ਚ ਕਿੰਨਾ ਜ਼ੋਰ ਲੱਗਿਆ? ਆ ਜਿੰਨੇ ਕੀ ਨਾਮ ਪੁਲਿਸ ਵਾਲੇ ਆਏ ਆ, ਇਨਕੁਆਇਰੀਆਂ ਕੀਤੀਆਂ, ਫਲਾਨਾ ਕੀਤਾ, ਨਿਕਲਿਆ ਕੀ? ਦੇਖੋ ਗੱਲ ਇਹ ਨਹੀਂ ਜੀ, ਗੱਲ ਇਹ ਆ ਵੀ ਅੱਜ ਜਿਹੜੀਆਂ ਬੇਅਦਬੀਆਂ ਹੋਈਆਂ ਉਹ ਬੇਅਦਬੀਆਂ ਵੀ ਉਸੇ ਤਰ੍ਹਾਂ ਦੀਆਂ। ਸੁਖਬੀਰ ਦਾ ਕਹਿਣ ਦਾ ਮਤਲਬ ਇਹ ਆ, ਉਹਨੇ ਕਿਸੇ ਦਾ ਨਾਂ ਨਹੀਂ ਲਿਆ। ਜੇ ਤੁਹਾਨੂੰ ਦੁੱਖ ਲੱਗਿਆ ਤਾਂ ਮਤਲਬ ਤੁਹਾਨੂੰ ਲੱਗਦਾ ਕਿ ਸਾਨੂੰ ਕਹਿ ਕੇ ਕਿਹਾ। ਇਸ ਕਰਕੇ ਗੱਲ ਉਹੀ ਆ,
ਬੇਅਦਬੀ ਉਹੀ ਆ। ਤੇ ਅੱਜ ਅਸੀਂ ਬੇਅਦਬੀ ਤੇ ਬਾਰ-ਬਾਰ ਇਹ ਟਿੱਪਣੀ ਕਰਦੇ, ਚੰਗੇ ਨਹੀਂ ਲੱਗਦੇ, ਪਰ ਇਹਦਾ ਹੱਲ ਕਰਨ ਵਾਸਤੇ ਇਕੱਠੇ ਹੋ ਕੇ ਲੜਾਈ ਲੜੀਏ। ਤੁਸੀਂ ਰਾਜਸੀ ਪੀੜ ਦੇ ਵਿੱਚ ਆਉਣਾ, ਤੁਸੀਂ ਕਿਸੇ ਨੂੰ ਚੰਗਾ ਨਹੀਂ ਸਮਝਦੇ, ਤੁਸੀਂ ਕਹੋ, ਪਰ ਕਿਸੇ ਦਾ ਅਧਿਕਾਰ ਨਾ ਖੋਵੋ। ਜੇ ਸੁਖਬੀਰ ਸਿੰਘ ਬਾਦਲ ਇਹ ਕਹਿੰਦਾ ਵੀ ਬੇਅਦਬੀ ਹੋਈ ਆ ਤੇ ਉਹ ਸਿੱਖ ਆ, 7 ਸਾਲ ਤੱਕ ਉਹਦੇ ਤੇ ਕੋਈ ਅੱਜ ਦੀ ਤਰੀਕ ਤੱਕ ਤੁਸੀਂ ਦੋਸ਼ ਨਹੀਂ ਲਾ ਸਕੇ ਕਿ ਉਹ ਬੇਅਦਬੀ ਵਿੱਚ ਸ਼ਾਮਲ ਸੀ। ਹਾਂ, ਇਹ ਗੱਲ ਠੀਕ ਆ ਕਿ ਉਹਨਾਂ ਦੇ ਰਾਜ ਵਿੱਚ ਹੋਈ ਆ, ਇਹ ਗੱਲ ਮੰਨਦੇ ਆ। ਤੋ ਇਸ ਕਰਕੇ ਜਿਹੜੀ ਗੱਲ ਤੁਸੀਂ ਦੂਜੇ ਨੂੰ ਕਹਿੰਦੇ ਹੋ ਨਾ, ਆਪਦੇ ਲਈ ਸੁਣਨ ਦੀ ਵੀ ਜ਼ਰੂਰਤ ਰੱਖੋ। ਠੀਕ ਹੈ, ਚਲੋ ਹੁਣ ਜਵਾਬ ਲੈ ਲਓ ਗਰੇਵਾਲ ਜੀ। ਉਮੀਦ ਹੈ ਕਿ ਤੁਹਾਡੀ ਗੱਲ ਉਹਨਾਂ ਨੇ ਸੁਣੀ ਹੈ, ਆਪਾਂ ਸਾਰੇ ਸੁਣਾਂਗੇ। ਇਸ ਵਿਚਾਲੇ ਜਗਤਾਰ ਸਿੰਘ ਸੰਘੇੜਾ ਜੀ ਆਮ ਆਦਮੀ ਪਾਰਟੀ ਤੋਂ ਵੀ ਸਾਡੇ ਨਾਲ ਜੁੜ ਚੁੱਕੇ ਨੇ। ਸੰਘੇੜਾ ਸਾਹਿਬ ਸਵਾਗਤ ਹੈ, ਮੈਂ ਤੁਹਾਡਾ ਰੁਕ ਕਰਾਂਗਾ, ਪਰ ਪਹਿਲਾਂ ਦਾਦੂਵਾਲ ਜੀ ਦਾ ਰਿਐਕਸ਼ਨ ਜ਼ਰੂਰੀ ਹੈ। ਦਾਦੂਵਾਲ ਹੁਣ ਮੇਰੇ 2-3 ਪੁਆਇੰਟ ਇਹਨਾਂ ਨੇ ਚੁੱਕੇ, ਦੋਨਾਂ ਤਿੰਨਾਂ ਦਾ ਜਵਾਬ ਪੂਰਾ ਹੋ ਲੈਂਦੇ ਹੋ ਜੀ। ਪਹਿਲਾ ਜਵਾਬ ਤਾਂ ਇਹ ਆ ਕਿ ਸੁਖਬੀਰ ਸਿੰਘ ਬਾਦਲ ਨੂੰ ਇਸ ਕਰਕੇ ਅਧਿਕਾਰ ਨਹੀਂ ਕਿ ਉਹ ਡਿਪਟੀ ਸੀਐਮ ਸੁਪਰ ਸੀਐਮ ਰਿਹਾ ਵੱਡੇ ਬਾਦਲ ਦੇ ਹੁੰਦਿਆਂ ਵੀ। ਉਹਦੇ ਰਾਜ 'ਚ ਬੇਅਦਬੀ ਹੋਈ, ਇਨਸਾਫ, ਉਹ ਹੋਮ ਮਿਨਿਸਟਰ ਸੀ, ਪੁਲਿਸ ਉਹਦੇ ਅੰਦਰ ਸੀ। ਉਹਨੂੰ ਇਸ ਕਰਕੇ ਹੱਕ ਨਹੀਂ ਆ। ਮੈਂ ਤਾਂ ਕਿਹਾ ਮੈਨੂੰ ਹੱਕ ਇਸ ਕਰਕੇ ਆ ਕਿ ਮੈਂ ਕੋਈ ਸੀਐਮ ਨਹੀਂ ਰਿਹਾ, ਮੈਂ ਕੋਈ ਡਿਪਟੀ ਸੀਐਮ ਨਹੀਂ ਰਿਹਾ, ਮੈਂ ਇੱਕ ਬਤੌਰ ਸਿੱਖ ਤੇ ਸਿੱਖ ਪ੍ਰਚਾਰਕ ਤੌਰ ਤੇ ਸਵਾਲ ਚੁੱਕ ਸਕਦਾ। ਦੂਸਰੀ ਗੱਲ ਆ ਜੋ ਇਹ ਕਹਿੰਦੇ ਖੱਟੜ ਸਾਹਿਬ ਦੇ ਚਰਨਾਂ 'ਚ ਤੇ ਮੋਦੀ ਸਾਹਿਬ ਦੇ ਚਰਨਾਂ 'ਚ ਬਹਿੰਦੇ ਆ। ਮੇਰਾ ਖੱਟੜ ਸਾਹਿਬ ਨਾਲ ਪਿਆਰ ਆ, ਮੇਰਾ ਮੋਦੀ ਸਾਹਿਬ ਨਾਲ ਪਿਆਰ ਆ, ਮੇਰਾ ਅਮਿਤ ਸ਼ਾਹ ਨਾਲ ਪਿਆਰ ਆ। ਮੈਨੂੰ ਇਹ ਦੱਸਣ ਜਿੰਨਾ ਚਿਰ ਇਹਨਾਂ ਦਾ ਪਿਆਰ ਸੀਗਾ ਉਹਨਾਂ ਚਿਰ ਸਾਰਾ ਕੁਝ ਠੀਕ ਸੀਗਾ। ਅੱਜ ਜੇ ਇਹਨਾਂ ਦਾ ਅਲਾਇੰਸ ਨਹੀਂ ਆ ਔਰ ਤਰਲੇ ਲੈ ਰਹੇ, ਇਹਨਾਂ ਨੇ ਕਿੰਨੇ ਬਿਆਨ ਜਾਰੀ ਕਰਤੇ, ਹੋ ਗਿਆ ਜੀ ਕੇਂਦਰੀ ਮੰਤਰੀ ਨੇ ਦੇਤਾ ਜੀ, ਬਸ ਹੁਣ ਉਹਦਾ ਮਿਲ ਗਿਆ ਜੀ, ਅੱਜ ਐਲਾਨ ਜੀ, ਕੱਲ ਅਲਾਇੰਸ ਦਾ ਐਲਾਨ। ਜਦੋਂ ਉਹਨਾਂ ਨੇ ਨਹੀਂ ਮੰਨਿਆ ਤੇ ਮੁੜ ਕੇ ਦਿੱਤੇ, ਨਹੀਂ ਜੀ ਕੋਈ ਗੱਲ ਹੀ ਨਹੀਂ ਚੱਲੀ, ਤੁਸੀਂ ਵੀ ਟੀਵੀ ਤੇ ਪ੍ਰਸਾਰਿਤ ਕੀਤਾ ਸਾਰਾ ਕੁਝ। ਜੇ ਕੱਲ ਨੂੰ ਅਲਾਇੰਸ ਹੋ ਜਾਂਦਾ ਸਾਰਾ ਕੁਝ ਠੀਕ ਆ। ਜੇ ਦਾਦੂਵਾਲ ਸਾਹਿਬ ਭਗਵੰਤ ਮਾਨ ਨਾਲ ਬਹਿ ਜਾਣ, ਖੱਟੜ ਸਾਹਿਬ ਨਾਲ ਬਹਿ ਜਾਣ ਜਾਂ ਮੋਦੀ ਸਾਹਿਬ ਨਾਲ, ਤੇ ਗਲਤ ਹੋ ਜਾਂਦਾ ਇਹਨਾਂ ਲਈ। ਨੰਬਰ 3, ਇਹ ਕਹਿੰਦੇ ਉਹਨਾਂ ਨੂੰ ਕਿਸੇ ਨੇ ਦੋਸ਼ੀ ਸਿੱਧ ਨਹੀਂ ਕੀਤਾ। ਗੌਰਵ ਜੀ ਮੈਨੂੰ ਤੁਸੀਂ ਦੱਸ ਦਿਓ ਫਰੀਦਕੋਟ ਤਰੀਕਾਂ ਕਾਹਦੀਆਂ ਪੈਂਦੀਆਂ ਨੇ? ਜੇ ਚਾਰਜ ਸ਼ੀਟ ਕੀਤੇ ਆ ਬਾਦਲ, ਵੱਡੇ ਬਾਦਲ ਸਾਹਿਬ ਤੇ ਛੋਟੇ ਬਾਦਲ ਸਾਹਿਬ, ਚਲੋ ਉਹ ਤਾਂ ਚੜਾਈ ਕਰ ਗਏ, ਹੁਣ ਛੋਟੇ ਬਾਦਲ ਸਾਹਿਬ ਨੂੰ ਤਰੀਕਾਂ ਕਾਹਦੀਆਂ ਭੁਗਤ ਰਹੇ ਨੇ? ਚਾਰਜ ਸ਼ੀਟ ਕੀਤੇ ਆ ਨਾ। ਹੁਣ ਇਹਨਾਂ ਦੇ ਪਾਏ ਝੂਠੇ ਕਹੇਗੀ ਨਾ ਦੋਸ਼ੀ ਤਾਂ ਅਦਾਲਤ। ਮੇਰੀ ਗੱਲ ਸੁਣੋ, ਨਹੀਂ ਪੁਲਿਸ ਨੇ ਤਾਂ ਦੋਸ਼ੀ ਬਣਾ ਕੇ ਦੇਤਾ ਨਾ, ਹੁਣ ਗਾਂ ਅਦਾਲਤ ਦੀ ਗੱਲ ਆ। ਇਹ ਸਾਨੂੰ ਦੋਸ਼ੀ ਬਣਾਉਂਦੇ ਰਹੇ, ਇਹਨਾਂ ਦੇ ਰਾਜ 'ਚ ਸਾਡੇ ਤੇ ਦੇਸ਼ ਧਰੋਹ ਤੇ ਜਵਾਬਾਂ ਲਾਈਆਂ, ਪਰ ਸਾਨੂੰ ਕੋਰਟਾਂ ਨੇ ਬਰੀ ਕੀਤਾ। ਹੋਰ ਗੱਲ 'ਚ ਦਰੁਸਤ ਕਰਨਾ ਜ਼ਰੂਰੀ ਹੁੰਦਾ ਕਈ ਵਾਰ। ਦਾਦੂਵਾਲ ਜੀ ਬੇਅਦਬੀ ਦਾ ਕੇਸ ਨਹੀਂ ਹੈ ਨਾ। ਮੁੱਕ ਲੈਣ ਦਿਓ ਗੱਲ, ਜਵਾਬ ਨਹੀਂ ਦਾਦੂਵਾਲ ਜੀ ਬੇਅਦਬੀ ਦਾ ਕੇਸ ਨਹੀਂ, ਤੁਸੀਂ ਵੀ ਸਮਝਦੇ ਹੋ ਗੋਲੀ ਕਾਂਡ ਦਾ ਕੇਸ। ਇੱਕ ਪੁਆਇੰਟ ਦਾ ਜਵਾਬ ਉਹਨਾਂ ਦਾ ਮੈਂ ਦੇਣ ਲੱਗਾ। CBI ਦੀ ਜਿਹੜੀ ਇਹ ਜਾਂਚ ਕਹਿੰਦੇ ਆ ਨਾ, ਜਿਸ ਦਿਨ ਸਿੱਖ ਪ੍ਰਚਾਰਕ ਫਤਿਹਗੜ੍ਹ ਸਾਹਿਬ ਤੋਂ ਖੂਨ ਦਾ ਪਿਆਲਾ ਬਾਦਲ ਸਾਹਿਬ ਲਈ ਲੈ ਕੇ ਗਏ ਸੀਗੇ ਚੰਡੀਗੜ੍ਹ, ਤੇ ਉੱਥੇ ਬੈਠੇ ਸੀ, ਉੱਥੇ CM ਹਾਊਸ ਤੋਂ ਬਾਦਲ ਸਾਹਿਬ ਉਹਨਾਂ ਨੇ ਭੇਜਿਆ ਸੀ ਪ੍ਰੇਮ ਸਿੰਘ ਚੰਦੂ ਮਾਜਰਾ, ਇੱਕ ਕਰਨੈਲ ਸਿੰਘ ਪੀਰ ਮੁਹੰਮਦ, ਉਦੋਂ ਅਕਾਲੀ ਨਹੀਂ ਸੀ ਪਰ ਵਿਚਾਲੇ ਸੀਗੇ ਗੱਲਬਾਤ ਦੇ, ਪਰਮਿੰਦਰ ਸਿੰਘ ਢੀਂਡਸਾ, ਸ਼ਾਇਦ ਚਰਨਜੀਤ ਸਿੰਘ ਬਰਾੜ, OSD ਸੁਖਬੀਰ ਸਿੰਘ ਬਾਦਲ, ਉਹ ਵੀ ਆਏ ਸੀਗੇ। ਉਹਨਾਂ ਕਿਹਾ ਸੀ ਕਿ ਤੁਸੀਂ CBI ਦੀ ਮੰਗ ਕਰ ਲਓ ਤੇ ਅਸੀਂ ਮੰਗ ਅਸੀਂ ਕਿਹਾ ਬਿਲਕੁਲ ਨਹੀਂ। ਉੱਥੇ ਹੀ ਰਣਜੀਤ ਸਿੰਘ ਢੱਡਰੀਆਂ ਵਾਲੇ ਸੀ, ਉੱਥੇ ਹੀ ਪੰਥਪ੍ਰੀਤ ਸਿੰਘ ਜੀ। ਅਸੀਂ ਕਿਹਾ ਅਸੀਂ ਤੁਹਾਡੇ ਤੋਂ ਹੀ ਕਰਾਉਣਾ ਚਾਹੁੰਦੇ ਆ, ਅਸੀਂ ਪੰਜਾਬ ਦੀ ਪੁਲਿਸ ਤੋਂ ਕਰਾਉਣਾ ਚਾਹੁੰਦੇ, ਤੁਸੀਂ ਗਲੋਂ ਗਲਾਵਾਂ ਲਾ ਕੇ ਉਧਰ ਪਾਉਣਾ ਚਾਹੁੰਦੇ, ਅਸੀਂ ਨਹੀਂ ਦੇਣਾ ਚਾਹੁੰਦੇ। ਪਰ ਇਹਨਾਂ ਨੇ ਆਪਣੇ ਰਿਲੇਟਡ ਸੰਤ ਸਮਾਜ ਤੋਂ ਜਿਹੜੀਆਂ ਜਥੇਬੰਦੀਆਂ ਸੰਪਰਦਾਵਾਂ ਇਹਨਾਂ ਨਾਲ ਅਟੈਚ ਸੀ, ਉਹਨਾਂ ਕੋਲੋਂ ਅਖਬਾਰਾਂ 'ਚ ਬਿਆਨ ਦਵਾਏ ਆਪਦੇ ਗਲੋਂ ਗਲਾਵਾਂ ਲਾਉਣ ਵਾਸਤੇ। ਸੱਚਾਈ ਆ ਵਾ, ਜਿੱਥੇ ਮਰਜ਼ੀ ਬਹਿ ਕੇ ਡਿਬੇਟ ਕਰ ਲੈਣ। ਤੁਹਾਡੀ ਗੱਲ ਆ ਗਈ। ਦੇਖੋ ਹੁਣ ਤੱਕ ਦਾਦੂਵਾਲ ਜੀ ਇਹੀ ਗੱਲ ਹੁੰਦੀ ਹੋਈ ਹੈ, ਆਈ ਹੈ ਕਿ ਉਦੋਂ ਡਿਮਾਂਡ ਕੀਤੀ ਗਈ ਜਥੇਬੰਦੀਆਂ ਦੇ ਵੱਲੋਂ, ਲੋਕਾਂ ਦੇ ਵੱਲੋਂ, ਇਹਨਾਂ ਨੇ ਅਸੀਂ ਤਾਂ ਕੀਤੀ ਨਹੀਂ ਕਿਤੇ। ਨਹੀਂ ਉਹ ਤੁਸੀਂ ਨਹੀਂ ਕੀਤੀ, ਹੋ ਸਕਦਾ ਹੋਰ ਜਥੇਬੰਦੀਆਂ ਨੇ ਕੀਤੀ ਹੋਵੇ। ਇਹਨਾਂ ਨੇ ਆਪਣੀਆਂ ਰਿਲੇਟਡ ਨਹੀਂ, ਉਹਨਾਂ ਵੀ ਨਹੀਂ ਕੀਤੀ, ਉਹ ਵੀ ਉਦੋਂ ਉੱਥੇ ਬੈਠੇ ਸੀਗੇ। ਇਹ ਕਹਿੰਦੇ ਸੀ ਤੁਸੀਂ ਜਵਾਬ ਲੈਣਾ, ਥੋੜਾ ਇੱਕ ਵਾਰੀ ਵੇਟ ਕਰਿਓ। ਤੁਹਾਡੀ ਗੱਲ ਆ ਗਈ ਸਰ, ਮੈਂ ਜਵਾਬ ਲਵਾਂਗਾ, ਪਰ ਪਹਿਲਾਂ ਮੈਂ ਇੱਕ ਵਾਰੀ ਸੰਘੇੜਾ ਸਾਹਿਬ ਨੂੰ ਐਡ ਕਰ ਲਵਾਂ। ਸੰਘੇੜਾ ਸਾਹਿਬ, ਉਮੀਦ ਹੈ ਮੇਰੀ ਆਵਾਜ਼ ਤੁਹਾਡੇ ਤੱਕ ਪਹੁੰਚ ਰਹੀ ਹੋਏਗੀ। ਸਵਾਲ ਇਹ ਹੈ ਕਿ ਸੁਖਬੀਰ ਬਾਦਲ ਕਹਿ ਰਹੇ ਨੇ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ, ਕਿ 2015 ਚ ਬੇਅਦਬੀ ਹੁੰਦੀ ਹੈ ਗੁਰੂ ਗ੍ਰੰਥ ਸਾਹਿਬ ਜੀ ਦੀ, ਤੇ 2023 ਦੇ ਵਿੱਚ ਦੀਨਾਨਗਰ ਦੇ ਵਿੱਚ ਹੋਈ ਹੈ। ਦੋਵਾਂ ਦੇ ਵਿੱਚ ਫਰਕ ਤਾਂ ਕੋਈ ਨਹੀਂ ਹੈ। ਬੇਅਦਬੀ ਤਾਂ ਗੁਰੂ ਸਾਹਿਬ ਦੀ ਹੋਈ ਹੈ, ਉਸ ਸਮੇਂ ਬਹੁਤ ਸਿਆਸਤ ਹੋਈ, ਬਹੁਤ ਸਾਰੇ ਇਲਜ਼ਾਮ ਲਗਾਏ ਗਏ, ਸਵਾਲ ਚੁੱਕੇ ਗਏ। ਅੱਜ ਸਰਕਾਰ ਦੇ ਵਿਧਾਇਕ, ਮੰਤਰੀ, ਸਪੀਕਰ ਦਾ ਜ਼ਿਕਰ ਕਰ ਰਹੇ ਨੇ ਕਿ ਸਾਰੇ ਚੁੱਪ ਨੇ, ਕੋਈ ਨਹੀਂ ਬੋਲ ਰਹੇ। ਗੌਰਵ ਜੀ, ਸੁਖਬੀਰ ਬਾਦਲ ਸਾਹਿਬ ਸਿਆਸਤ ਦੇ ਵਿੱਚ ਨੇ, ਉਹ ਕੁਝ ਵੀ ਬੋਲ ਸਕਦੇ ਨੇ, ਪਰ ਮੈਂ ਇਸ ਗੱਲ ਦਾ ਸਪਸ਼ਟ ਤੌਰ ਤੇ ਕਰਨਾ ਚਾਹੁੰਦਾ ਆ ਕਿ ਉਸ ਵੇਲੇ ਦਾ ਤੇ ਇਸ ਗੱਲ ਦਾ ਜਿਹੜਾ ਆ, ਜਦੋਂ ਦੀ
ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਗਈ ਆ, ਕਾਂਗਰਸ ਦੀ ਸਰਕਾਰ ਗਈ ਆ, ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ। ਸਾਰੇ ਹੀ ਪੈਂਡਿੰਗ ਕੇਸਿਸ ਦਾ ਸ਼ੀਘਰ ਨਿਪਟਾਰਾ ਕੀਤਾ ਗਿਆ ਆ, ਛੇਤੀ ਨਿਪਟਾਰਾ ਕੀਤਾ ਗਿਆ। ਜਿਹੜੀਆਂ ਘਟਨਾਵਾਂ ਹੋਈਆਂ ਆ ਬਾਅਦ ਵਿੱਚ ਵੀ ਉਹਨਾਂ ਤੇ ਇਮੀਡੀਏਟ ਐਕਸ਼ਨ ਕੀਤਾ ਗਿਆ ਆ। ਤੁਸੀਂ ਨਾ ਪਿੱਛੋਂ ਸ਼ੁਰੂ ਕਰ ਲਓ, ਮੈਨੂੰ ਬਰੀਫ 'ਚ ਹੁਣ ਦੱਸ ਲੈਣ ਦਿਓ। CBI ਨੂੰ ਕੇਸ ਦੇ ਕੇ ਜਿਹੜੀ ਦੋਨੇ ਬੁਲਾਰੇ ਡਿਸਕਸ ਕਰ ਰਹੇ ਸੀ ਆਪਸ ਵਿੱਚ ਹੀ, ਕਿਸੇ ਨੇ ਮੰਗ ਕਰਤੀ ਤੁਰੰਤ CBI ਨੂੰ ਦੇ ਦਿੱਤੀ ਇਨਕੁਆਇਰੀ। ਉਹਦੇ ਨਾਲ ਸ਼੍ਰੋਮਣੀ ਅਕਾਲੀ ਦਲ ਜਾਂ ਉਸ ਮੌਕੇ ਦੀ ਸਰਕਾਰ ਸੁਰਖਰੂ ਨਹੀਂ ਹੋ ਜਾਂਦੀ। ਨੰਬਰ 1 ਡਿਪਟੀ ਮੁੱਖ ਮੰਤਰੀ ਸੁਖਬੀਰ ਬਾਦਲ ਸਾਹਿਬ ਸੀਗੇ, ਹੋਮ ਮਿਨਿਸਟਰ ਸੁਖਬੀਰ ਬਾਦਲ ਸਾਹਿਬ ਸੀਗੇ। ਜੋ ਵੀ ਬੇਅਦਬੀ ਦੀਆਂ ਘਟਨਾਵਾਂ ਆ, ਉਸ ਤੋਂ ਬਾਅਦ ਕੋਟਕਪੂਰਾ ਗੋਲੀਕਾਂਡ ਦੀ ਘਟਨਾ ਆ, ਬਹਿਬਲ ਕਲਾਂ ਗੋਲੀਕਾਂਡ ਦੀ ਘਟਨਾ ਆ, 2 ਸਿੱਖ ਸ਼ਹੀਦ ਹੋਣ ਦੀਆਂ ਘਟਨਾਵਾਂ ਆ, ਇਹ ਸਾਰੀਆਂ ਇੰਟਰ ਰਿਲੇਟਡ ਹੈ। ਪੋਸਟਰ ਲਾਏ ਗਏ, ਜਿਨ੍ਹਾਂ ਨੇ ਲਾਏ ਉਹ ਵੀ ਸਾਹਮਣੇ ਸੀਗਾ। ਇਹਦੇ ਨਾਲ ਹੀ ਹੁਕਮਨਾਮਾ, ਉਹਦੇ ਨਾਲ ਹੀ ਮੁਆਫੀ ਦੀਆਂ ਘਟਨਾਵਾਂ ਤੇ ਹੋਰ ਸਾਰਾ ਕੁਝ ਜੁੜਿਆ ਹੋਇਆ। ਔਰ ਉਸ ਦੇ ਬਾਅਦ 2 ਸਾਲ ਸ਼੍ਰੋਮਣੀ ਅਕਾਲੀ ਦਲ ਭਾਜਪਾ ਗੱਠਜੋੜ ਦੀ, CBI ਵੀ ਤਾਂ ਇਹਨਾਂ ਦੀ ਹੋਈ ਸੀਗੀ, ਭਾਜਪਾ ਕੇਂਦਰ 'ਚ ਸੀਗੀ ਉਸ ਵੇਲੇ। 2 ਸਾਲ ਇਹਨਾਂ ਘਟਨਾਵਾਂ ਤੇ ਕੋਈ ਵੀ ਪ੍ਰੋਗਰੈਸ ਨਾ ਹੋਣੀ, ਨਾ ਗੋਲੀਕਾਂਡ ਦੀਆਂ ਘਟਨਾਵਾਂ ਤੇ ਨਾ ਬੇਅਦਬੀ ਦੀਆਂ ਘਟਨਾਵਾਂ ਤੇ ਕੋਈ ਪ੍ਰੋਗਰੈਸ ਨਹੀਂ ਹੋਈ। ਪੰਥਕ ਸਰਕਾਰ, ਜਿਹੜੀ ਪੰਥਕ ਸਰਕਾਰ ਦੇ ਨਾਂ ਤੇ ਸਰਕਾਰ ਬਣਾਉਂਦੇ ਰਹੇ ਬਾਰ-ਬਾਰ, ਉਹਨਾਂ ਨੇ ਕੋਈ ਵੀ ਨਹੀਂ ਕਾਰਵਾਈ ਕੀਤੀ। ਮੈਂ ਇਹਦਾ ਜਵਾਬ ਲੈ ਲਵਾਂਗਾ, ਇਹ ਬਹੁਤ ਡਿਟੇਲ ਦੇ ਵਿੱਚ ਬਹੁਤ ਡਿਸਕਸ ਹੋਇਆ। ਮੈਂ ਇੱਕ ਛੋਟੀ ਚੀਜ਼ ਸਮਝਣਾ ਚਾਹਨਾ ਤੁਹਾਡੇ ਤੋਂ। ਤੁਸੀਂ 2023 ਦੇ ਵਿੱਚ ਦੇਖੋ, ਉਸ ਸਮੇਂ ਸਾਜ਼ਿਸ਼ ਕਿਸਨੇ ਘੜੀ ਉਹ ਇੱਕ ਅਲੱਗ ਜਾਂਚ ਦਾ ਵਿਸ਼ਾ ਹੈ। ਸਾਜ਼ਿਸ਼ ਘੜਤਾ ਹੋ ਸਕਦੇ ਨੇ ਅਲੱਗ ਹੋਣ, ਮੌਜੂਦਾ ਸਮੇਂ ਦੇ ਵਿੱਚ ਕੋਈ ਇੱਕ ਹੋਵੇ ਜਾਂ ਬਹੁਤ ਸਾਰੇ ਲੋਕ ਹੋਣ, ਜਿਹੜੀ ਦੀਨਾਨਗਰ ਦੇ ਵਿੱਚ ਹੋਈ, ਫਰਕ ਤਾਂ ਕੋਈ ਨਹੀਂ ਹੈ ਨਾ। ਸੁਖਬੀਰ ਬਾਦਲ ਕਹਿ ਰਹੇ ਨੇ ਕਿ ਦੱਸੋ ਕੀ ਫਰਕ ਹੈ, ਕਿ ਜੇ ਗੁਰੂ ਗ੍ਰੰਥ ਸਾਹਿਬ ਦੀ ਉਸ ਸਮੇਂ ਬੇਅਦਬੀ ਹੋਈ ਜਾਂ ਹੁਣ ਹੋਈ ਤਾਂ ਫਰਕ ਤਾਂ ਕੁਝ ਨਹੀਂ, ਕੀ ਫਰਕ ਹੈ ਹੁਣ ਕੋਈ? ਮੈਂ ਮਨਸ਼ਾ ਦੀ ਗੱਲ ਕਰਦਾ ਗੌਰਵ ਜੀ, ਬਹੁਤ ਫਰਕ ਹੈ। ਉਸ ਵੇਲੇ ਜਿਹੜੀਆਂ ਘਟਨਾਵਾਂ ਹੋਈਆਂ, ਉਹ ਘਟਨਾਵਾਂ ਸਿਆਸਤ ਦੇ ਨਾਲ ਜੁੜੀਆਂ ਹੋਈਆਂ ਸੀਗੀਆਂ। ਸਿਆਸੀ ਲਾਹਾ ਲੈਣ ਲਈ ਕਾਰਵਾਈ ਨਹੀਂ ਕੀਤੀ ਗਈ। ਐਵੀਡੈਂਸ ਹਰ ਇੱਕ ਚੀਜ਼ ਦਾ, ਈਵਨ ਮਰਡਰ ਵੀ ਹੁੰਦਾ ਆ ਤਾਂ ਉਹਦਾ ਐਵੀਡੈਂਸ ਜਿਹੜਾ ਆ ਸਰਕਮਸਟੈਂਸ਼ੀਅਲ ਐਵੀਡੈਂਸ ਹੁੰਦਾ ਆ, ਹੋਰ ਡਾਕੂਮੈਂਟਰੀ ਐਵੀਡੈਂਸ ਹੁੰਦਾ, ਤਰ੍ਹਾਂ ਦੇ ਐਡਮਿਸਿਬਲ ਐਵੀਡੈਂਸ ਹੁੰਦੇ ਆ। ਉਸ ਵੇਲੇ ਦੇਖੋ ਬੇਅਦਬੀ ਦੀਆਂ ਘਟਨਾਵਾਂ ਤੇ 2 ਮੁੰਡੇ ਜਿਹੜੇ ਬਹਿਬਲ ਕਲਾਂ ਗੋਲੀਕਾਂਡ 'ਚ ਫੱਟੜ ਹੋਏ ਸੀ ਨਾ, ਟੀਨੇਜਰ, ਉਹਨਾਂ ਤੇ ਹੀ ਪਾਤਾ ਸੀ ਕੇਸ। ਜਦੋਂ ਫਿਰ ਠੀਕ ਹੈ, ਉਹ ਕੇਸ ਸਭ ਤੋਂ ਬੜਾ ਤਫਸੀਲ ਦੇ ਨਾਲ ਲੋਕ ਜਾਣਦੇ ਨੇ। ਭਾਵਨਾ ਦੇਖੋ ਨਾ ਤੁਸੀਂ। ਚਲੋ ਮੈਂ ਜਵਾਬ ਲੈ ਲਵਾਂ ਸਰ ਤੁਹਾਡੀ ਗੱਲ, ਉਮੀਦ ਹੈ ਕਿ ਬੜੀ ਤਫਸੀਲ ਨਾਲ ਤੁਸੀਂ ਆਪਣੀ ਗੱਲ ਰੱਖੀ। ਮੈਂ ਉਹੀ ਕਹਿ ਰਿਹਾ ਕਿ 2015 ਦੀ ਜਿਹੜੀ ਪੂਰੀ ਘਟਨਾ ਹੈ ਨਾ, ਉਹ ਜੂਨ ਤੋਂ ਲੈ ਕੇ ਜੋ ਅਕਤੂਬਰ ਤੱਕ ਹੋਇਆ, ਉਹ ਲੋਕਾਂ ਨੂੰ ਬਹੁਤ ਚੰਗੀ ਤਰ੍ਹਾਂ ਚੇਤੇ ਹੈ, ਉਸ ਦੇ ਵਿੱਚ ਕੋਈ ਦੋ ਰਾਏ ਨਹੀਂ ਹੈ। ਉਸ ਤੋਂ ਬਾਅਦ ਨਵੰਬਰ ਦੇ ਵਿੱਚ CBI ਦੇ ਕੋਲ ਕੇਸ ਚਲਾ ਗਿਆ, ਲੋਕਾਂ ਨੂੰ ਪਤਾ। ਪਰ ਜਵਾਬ ਜ਼ਰੂਰੀ ਹੈ ਇੱਥੇ। ਗਰੇਵਾਲ ਸਾਹਿਬ, ਉਮੀਦ ਹੈ ਮੇਰੀ ਆਵਾਜ਼ ਤੁਹਾਡੇ ਤੱਕ ਪਹੁੰਚ ਰਹੀ ਹੋਏਗੀ। ਦਾਦੂਵਾਲ ਸਾਹਿਬ ਦੀ ਵੀ ਗੱਲ ਦਾ ਜਵਾਬ ਦੇ ਦਿਓ ਤੁਸੀਂ। ਤੇ ਦੂਜੇ ਪਾਸੇ ਸਰਕਾਰ ਕਹਿ ਰਹੀ ਹੈ ਮਨਸ਼ਾ ਦਾ ਫਰਕ ਹੈ 2015 ਤੇ 2023 ਦੇ ਵਿੱਚ। ਦੇਖੋ ਜੀ, ਗੱਲ ਇਹ ਆ, ਮਨਸ਼ਾ ਤਾਂ ਇਹਨਾਂ ਦੀ ਮਨਸ਼ਾ ਦਾ ਵੈਸੇ ਹੀ ਫਰਕ ਹੈ, ਕਿਉਂਕਿ ਇਹਨਾਂ ਦੀ ਮਨਸ਼ਾ ਕੁਝ ਹੋਰ ਹੈ। ਇਹ ਤਾਂ ਆਪੇ ਹੀ ਇਹਨਾਂ ਨੇ ਕਹਿਤਾ ਕਿ ਉਹ ਪੰਥਕ ਸਰਕਾਰ ਸੀ ਤੇ ਅਸੀਂ ਤਾਂ ਸਿਰਫ ਐਵੇਂ ਹੇਜ ਹੀ ਕਰਦੇ ਹਾਂ, ਕਦੇ ਅਸੀਂ ਟੈਲੀਕਾਸਟ ਦੀ ਗੱਲ ਕਰਦੇ ਹਾਂ, ਕਦੇ ਹੋਰ ਗੱਲਾਂ ਕਰਦੇ ਹਾਂ। ਤੇ ਬਹੁਤ ਸੁਣ ਲਓ ਜੀ, ਸੁਣ ਲਓ, ਮੈਂ ਬੋਲਿਆ ਨਹੀਂ ਜੀ, ਬੋਲਿਆ ਨਹੀਂ। ਤੁਸੀਂ ਬਹੁਤ ਸਤਿਕਾਰਯੋਗ ਹੋ, ਗੱਲ ਨਹੀਂ ਕੱਟਦਾ ਮੈਂ ਕਿਹਾ ਸਤਿਕਾਰਯੋਗ ਹੋ, ਮੈਂ ਬੋਲਿਆ ਨਹੀਂ ਜੀ, ਵਿੱਚ ਬੋਲਿਆ ਹੁਣ ਜਿਹੜੇ ਦਾਦੂਵਾਲ ਸਾਹਿਬ ਕਹਿੰਦੇ ਆ, ਦਾਦੂਵਾਲ ਸਾਹਿਬ ਕਹਿੰਦੇ ਬਈ ਜੀ ਉੱਥੇ ਅਸੀਂ ਉਹਦੇ ਉਲਟ ਸੀ ਤੇ ਇਹਨਾਂ ਦੀ ਜਥੇਬੰਦੀ ਸੀ। ਮੰਨ ਲਓ ਜੀ ਅਸੀਂ ਉਹ ਕਰਦੇ, ਹੁਣ ਉਹ ਜਿਹੜੀ ਲੜਾਈ ਲੜੀ, ਦੋ ਸੀਗੇ, ਦਾਦੂਵਾਲ ਸਾਹਿਬ ਤਾਂ ਕਿਵੇਂ ਨੰਬਰ ਤੇ ਸੀ, ਇਹ ਇਹਨਾਂ ਨੂੰ ਵੱਧ ਪਤਾ ਹੋਊ। ਇੱਕ ਪੰਥਪ੍ਰੀਤ ਤੇ ਇੱਕ ਆਪਣੇ ਜਿਹੜੇ ਆ ਢੱਡਰੀਆਂ ਵਾਲੇ, ਉਹ ਲੋਕਾਂ ਦੀ ਅਗਵਾਈ ਵਿੱਚ ਲੜਾਈ ਲੜੀ ਜਾ ਰਹੀ ਸੀ। ਉਹ ਦੋਨੇ ਬੰਦੇ ਉਸ ਵਿੱਚ ਸ਼ਾਮਲ ਸੀ। ਜੇ ਕਹੋਗੇ ਤਾਂ ਮੈਂ ਉਹਦਾ ਰਿਕਾਰਡ ਵੀ ਕੱਢ ਕੇ ਤੁਹਾਨੂੰ ਦੇ ਦੂੰਗਾ। ਇਹਨਾਂ ਗੱਲਾਂ ਨਾਲ, ਤੁਹਾਡੇ ਬਿਆਨਾਂ ਨਾਲ ਦਾਦੂਵਾਲ ਸਾਹਿਬ ਕਹਾਣੀ ਉਲਟ ਨਾ ਕਰੋ। ਵਾਕਿਆ ਹੀ ਸਾਰੇ ਸੰਤਾਂ ਸਮਾਜ ਨੇ, ਸਾਰੀਆਂ ਜਥੇਬੰਦੀਆਂ ਨੇ ਇਹ ਗੱਲ ਕਹੀ ਸੀ, ਉਦੋਂ ਬਣਦੀ ਵੀ ਸੀ ਕਿ ਜੀ ਅਸੀਂ ਪੰਜਾਬ ਦੀ ਜਿਹੜੀ ਪੁਲਿਸ ਆ, ਪੰਜਾਬ ਦੀ ਸਰਕਾਰ ਦੀ ਆ, ਪੁਲਿਸ ਤੇ ਪ੍ਰਭਾਵ ਹੁੰਦਾ ਸਰਕਾਰਾਂ ਦਾ, ਵੀ ਤੁਸੀਂ ਉਹਨੂੰ ਦਿੱਤਾ ਜਾਵੇ, ਅਸੀਂ ਦੇ ਦਿੱਤਾ। ਇੱਕ ਗੱਲ। ਦੂਜੀ ਗੱਲ, ਹੁਣ ਦੇਖੋ ਤੁਹਾਡੇ ਸਾਹਮਣੇ ਸੰਘੇੜਾ ਸਾਹਿਬ ਕਹਿ ਰਹੇ ਆ, ਵੇਖੋ ਗੱਲ ਇਹ ਆ ਵੀ ਉਹਨਾਂ ਨੇ ਮੰਨ ਲਾ ਕਾਲੀਆਂ ਨੇ ਮਾੜਾ ਕੀਤਾ, ਲੋਕਾਂ ਨੇ ਉਹਨੂੰ ਫਤਵਾ ਦਿੱਤਾ, ਕਿਸੇ ਨੇ ਚੰਗਾ ਨਹੀਂ ਕੀਤਾ। ਅਸੀਂ ਇਸ ਗੱਲ ਦੀ ਗੱਲ ਕਰਦੇ ਹਾਂ ਕਿ ਸਾਡੀ ਸਰਕਾਰ, ਅਕਾਲੀ ਦਲ ਦੀ ਸਰਕਾਰ 'ਚ ਕੁਛ ਗੱਲ ਹੋਈ ਆ, ਸਾਡੀ ਨਮੋਸ਼ੀ ਆ, ਅਸੀਂ ਇਸ ਗੱਲ ਦੀ ਮਾਰ ਖਾਧੀ। ਹੁਣ ਮੈਨੂੰ ਦੱਸੋ ਕਿ ਕਹਿੰਦੇ ਉਦੋਂ ਸੁਖਬੀਰ ਸਿੰਘ ਬਾਦਲ ਹੋਮ ਮਿਨਿਸਟਰ ਸੀ ਤੇ ਹੁਣ ਹੋਮ ਮਿਨਿਸਟਰ ਸੰਘੇੜਾ ਸਾਹਿਬ ਦੱਸੋ ਕੌਣ ਹੈ? ਹੁਣ ਭਗਵੰਤ ਮਾਨ ਸਾਹਿਬ ਹੋਮ ਮਿਨਿਸਟਰ ਹੈ। ਹੁਣ ਡਿਫਰੈਂਸ ਤੁਸੀਂ ਬਣਾਉਂਦੇ ਹੋ। ਤੁਰੰਤ ਕਾਰਵਾਈ ਸਾਹਿਬ ਜੀ ਦੀ ਬੇਅਦਬੀ ਹੋਈ ਆ, ਕਾਰਵਾਈ ਨਹੀਂ ਹੋਈ, ਇਹਨਾਂ ਨੇ ਕਾਰਵਾਈ ਕੀਤੀ ਨਹੀਂ ਹੈ, ਹੁਣ ਕਾਰਵਾਈ ਹੋ ਰਹੀ ਹੈ। ਹਰ ਗੱਲ ਤੇ ਹਰ ਇੱਕ ਕਾਰਵਾਈ ਦਿਖਾਓ ਨਾ ਕਰਕੇ।
ਤੁਸੀਂ ਤਾਂ ਕਾਰਵਾਈ ਹੋ ਰਹੀ ਹੈ, ਰੈਗੂਲਰ ਘਟਨਾਵਾਂ ਤੇ ਹੋਈਆਂ। ਅਨੰਦਪੁਰ ਸਾਹਿਬ ਜਿਹੜਾ ਪੁਰਾਣੇ ਕੇਸਾਂ ਤੇ ਵੀ ਚਲਾਨ ਪੇਸ਼ ਕਰਤੇ, ਜਿਹੜੇ ਕਾਂਗਰਸ ਨੇ ਨਹੀਂ ਕੀਤੇ ਉਹ ਵੀ ਕੰਕਲੂਡ ਕਰਤੇ। ਚਲਾਨ ਤਾਂ ਸੁਖਬੀਰ ਦਾ ਵੀ ਪੇਸ਼ ਹੋਇਆ ਵਿਆ, ਤੁਸੀਂ ਉਹਦਾ ਮੈਂ ਉਹੀ ਨਹੀਂ ਇੱਕ ਕਰਕੇ ਸਰ ਗੱਲ ਨਾ ਨਾ ਹੋਈ ਆਮ ਆਦਮੀ ਪਾਰਟੀ ਸਰਕਾਰ ਨੇ ਕੀਤਾ, ਭਗਵੰਤ ਮਾਨ ਸਾਹਿਬ ਦੀ ਅਗਵਾਈ ਚ। ਸੁਣੋ ਇੱਕ ਵਾਰ ਸੰਘੇੜਾ ਸਾਹਿਬ ਥੋੜਾ ਕੰਪਲੀਟ ਕਰ ਲਓ, ਮੈਂ ਨਾਲ ਦੀ ਨਾਲ ਜਵਾਬ ਤੁਹਾਡੇ ਤੋਂ ਲੈਣਾਗਾ। ਦਾਦੂਵਾਲ ਜੀ ਵੀ ਵੇਟ ਕਰ ਰਹੇ ਜੀ। ਜੀ ਗਰੇਵਾਲ ਜੀ ਕੰਪਲੀਟ ਕਰ ਲਓ। ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਆ, ਮੁੱਖ ਮੰਤਰੀ ਜਿਹੜਾ ਵਾ ਉਹ ਹੋਮ ਮਿਨਿਸਟਰ ਆ, ਉਹਦੀ ਹਾਜ਼ਰੀ ਚ ਹੋਈ ਆ। ਜਿਹੜਾ ਦੋਸ਼ ਤੁਸੀਂ ਸੁਖਬੀਰ ਸਿੰਘ ਬਾਦਲ ਤੇ ਲਾਉਣੇ ਹੋ, ਉਂਗਲ ਖੜੀ ਕਰਦੇ ਹੋ, ਤੁਸੀਂ ਜੁਰਤ ਦਿਖਾਓ। ਜੇ ਤੁਹਾਡੇ ਮਨ ਚ ਗੁਰੂ ਪ੍ਰਤੀ ਆਸਥਾ ਜਾਂ ਸ਼ਰਧਾ ਹੈਗੀ ਆ, ਉਹੀ ਨਿਆਂ ਦੀ ਗੱਲ ਕਰੋ, ਉਂਗਲ ਕਰਕੇ ਵਿਖਾਓ। ਤੁਸੀਂ ਸਿਆਸਤ ਤੌਰ ਤੇ ਗੁਲਾਮ ਹੋ ਤੁਸੀਂ। ਮੈਂ ਕਹਿੰਦਾ ਅਕਾਲੀ ਦਲ ਦੀ ਸਰਕਾਰ ਵੇਲੇ ਜਿਹੜੀ ਗੱਲ ਹੋਈ, ਸੈਣੀ ਨੂੰ ਲਾਇਆ ਗਿਆ, ਸਭ ਤੋਂ ਵੱਡੀ ਗਲਤੀ ਸੀ। ਮੈਂ ਠੋਕ ਕੇ ਕਹਿੰਦਾ, ਤੁਸੀਂ ਕਹਿ ਕੇ ਵਿਖਾਓ, ਤੁਹਾਡੇ ਗਿਆਨ ਹੀ ਹੈ ਨਹੀਂ। ਸੰਘੇੜਾ ਸਾਹਿਬ ਸਿਆਸਤ ਤੋਂ ਪ੍ਰੇਰਿਤ ਹੋ ਕੇ ਗੱਲਾਂ ਕਰਦੇ ਹੋ। ਠੀਕ ਹੈ ਸੰਘੇੜਾ ਸਾਹਿਬ ਜਵਾਬ ਲੈ ਠੀਕ ਹੈ, ਤੁਹਾਡੀ ਗੱਲ ਆ ਗਈ ਸਰ, ਉਹਨਾਂ ਨੂੰ ਬੋਲ ਲੈਣ ਦਿਓ ਇੱਕ ਵਾਰੀ। ਗਰੇਵਾਲ ਜੀ ਸਾਹਿਬ ਗੱਲ ਸੁਣ ਲਓ ਜੀ, ਗੱਲ ਸੁਣ ਲਓ। ਮੈਂ ਤਾਂ ਇਹ ਕਹਿਣਾ ਕ੍ਰਾਈਮ ਹੈ, ਬਹੁਤ ਖਤਰਨਾਕ ਕ੍ਰਾਈਮ ਹੈ, ਬਹੁਤ ਸੰਗੀਨ ਕ੍ਰਾਈਮ ਹੈ, ਬਹੁਤ ਮਾੜੀਆਂ ਘਟਨਾਵਾਂ ਜੇ ਕੋਈ ਇਦਾਂ ਦੀ ਹਰਕਤ ਕਰਦਾ ਆ ਔਰ ਤੁਰੰਤ ਕਾਰਵਾਈ ਹੁੰਦੀ ਹੈ। ਤੁਹਾਡੇ ਵਾਂਗੂ ਨਹੀਂ ਤੁਸੀਂ ਸਿਆਸਤ ਕਰਦੇ ਸੀਗੇ, ਸ਼੍ਰੋਮਣੀ ਅਕਾਲੀ ਦਲ ਨੇ ਸਿਆਸਤ ਕੀਤੀ ਆ, ਵੋਟਾਂ ਦੀ ਖਾਤਰ ਕਾਰਵਾਈ ਨਹੀਂ ਕੀਤੀ। ਉਸ ਤੋਂ ਬਾਅਦ ਜਿਹੜੀਆਂ ਵੀ ਘਟਨਾਵਾਂ ਹੋਈਆਂ ਬਹੁਤ ਮੰਦਭਾਗੀਆਂ ਆ ਔਰ ਤੁਰੰਤ ਕਾਰਵਾਈ ਹੁੰਦੀ ਹੈ। ਇਹ ਸਿਆਸਤ ਨਾ ਕਰੋ ਮੁੱਖ ਮੰਤਰੀ ਸਾਹਿਬ, ਹੁਣ ਤੁਸੀਂ ਸਿਆਸਤ ਨਾ ਕਰੋ। ਤੁਹਾਡੇ ਦਿੱਲੀ ਦੇ ਕੇਸ ਵੀ ਕਨਕਲੂਡ ਕੀਤੇ ਆ, SIT ਨੇ ਕਨਕਲੂਡ ਕਰਤੇ ਆ। ਤੁਹਾਡੇ ਵਿਹਲੇ ਦੇ ਕੇਸ ਵੀ ਦੇਖੋ, ਸਾਹਮਣੇ ਸਾਰਾ ਸਰਕਮਸਟੈਂਸ਼ੀਅਲ ਐਵੀਡੈਂਸ ਹੈ, ਸਾਰਾ ਕੁਝ ਦਿਸਦਾ ਹੈ। ਨਾ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਨੇ ਕੁਝ ਕੀਤਾ, ਨਾ ਕਾਂਗਰਸ ਪਾਰਟੀ ਦੀ ਸਰਕਾਰ ਨੇ ਕੁਝ ਕੀਤਾ ਹੈ। ਤੇ ਹੁਣ ਜਿਹੜੇ ਸਾਰੇ ਕੇਸਾਂ ਤੇ ਤੁਰੰਤ ਕਾਰਵਾਈ ਹੁੰਦੀ ਹੈ। ਠੀਕ ਹੈ, ਚਲੋ ਥੋੜੇ ਵੇਟ ਕਰਿਓ। ਮੈਂ ਦਾਦੂਵਾਲ ਮੈਂ ਉਹੀ ਕਹਿ ਰਿਹਾ ਕਿ ਦਾਦੂਵਾਲ ਜੀ ਦਾ ਰਿਐਕਸ਼ਨ ਲੈਣੇ ਆਪਾਂ। ਉਹ ਸਿਚੁਏਸ਼ਨ ਨਾਲ ਕੰਪੇਅਰ ਠੀਕ ਹੈ, ਤੁਸੀਂ ਕਹਿ ਰਹੇ ਹੋ ਕਿ ਉਸ ਸਮੇਂ ਕਾਰਵਾਈ ਨਹੀਂ ਹੋਈ, ਮੌਜੂਦਾ ਸਮੇਂ ਦੇ ਵਿੱਚ ਬੇਅਦਬੀ ਦਾ ਕੇਸ ਆਇਆ ਤੇ ਉਸ ਦੇ ਉੱਪਰ ਕਾਰਵਾਈ ਹੁੰਦੀ ਹੈ। ਦਾਦੂਵਾਲ ਸਾਹਿਬ ਤੁਹਾਨੂੰ ਇਹ ਅੰਤਰ ਨਜ਼ਰ ਆ ਰਿਹਾ ਹੈ? ਥੋੜੇ ਇੱਕ ਵਾਰੀ ਸੁਣਦੇ ਹਾਂ ਦਾਦੂਵਾਲ ਸਾਹਿਬ ਵੀ ਕੀ ਕਹਿ ਰਹੇ ਨੇ। ਦਾਦੂਵਾਲ ਸਾਹਿਬ ਇੱਕ ਗੱਲ ਕਹਿਣੀ ਚਾਹੁੰਦਾ, ਸਿਆਸੀ ਲੋਕਾਂ ਦੇ ਸਿਆਸੀ ਫੈਸਲੇ ਉਹ ਕੀ ਜੋੜ ਤੋੜ ਕਰਦੇ ਆ। ਸਰਕਾਰਾਂ 'ਚ ਬਹੁਤੇ ਫਰਕ ਨਹੀਂ। ਜਿਹੜਾ ਕੋਈ ਚੰਗਾ ਕੰਮ ਕਰੇ ਸ਼ਲਾਘਾ ਕਰਾਂਗੇ, ਮਾੜਾ ਕਰੂਗਾ ਵਿਰੋਧ ਕਰਾਂਗੇ। ਕੋਈ ਹੋਵੇ ਕਿਸੇ ਤੋਂ ਦਾਣੇ ਨਹੀਂ, ਕਿਸੇ ਤੋਂ ਅਹੁਦਾ ਨਹੀਂ ਲਿਆ, ਕਿਸੇ ਤੋਂ ਚੇਅਰਮੈਨੀ ਨਹੀਂ ਲਈ, ਕਿਸੇ ਤੋਂ ਟਿਕਟਾਂ ਨਹੀਂ ਲਈਆਂ। ਮੈਂ ਸਪਸ਼ਟ ਜੀ ਗੱਲ ਕਰ ਤੇ ਲੜਾਈ ਲੜੀ ਆ, ਚਾਹੇ ਉਹ ਸੌਦਾ ਸਾਧ ਵਾਲਾ ਸੀ। ਜਦੋਂ ਅਸੀਂ ਲੜਾਈ ਲੜਦੇ ਸੀ ਤੇ ਅਕਾਲੀ ਦਲ ਮੇਰੇ ਤੇ ਮੁਕੱਦਮੇ ਪਾਉਂਦਾ ਸੀ। ਅਸੀਂ ਹੁਕਮਨਾਮਾ ਅਕਾਲ ਤਖਤ ਸਾਹਿਬ ਦਾ ਉਹਦੇ ਤੇ ਪਹਿਰਾ ਦਿੰਦੇ ਸੀ ਤੇ ਉਹਨੂੰ ਪਿੱਠ ਦਿਖਾ ਕੇ ਉਹਦੇ ਨਾਲ ਸੌਦਾ ਕਰਦੇ ਸੀ ਵੋਟਾਂ ਦਾ, ਤੇ ਉਹਨੂੰ ਜਿਹੜਾ ਪੰਜਾਬ 'ਚ ਲਿਆਉਣ ਦੇ ਦਾਅਵੇ ਕਰਦੇ ਸੀਗੇ। ਠੀਕ ਹੈ ਦਾਦੂਵਾਲ ਜੀ, ਚਲੋ ਆਪਾਂ ਇਸ ਚਰਚਾ ਨੂੰ ਕੰਕਲੂਡ ਵਾਲੇ ਪਾਸੇ ਲੈ ਕੇ ਜਾਈਏ। ਆਪਾਂ ਕੰਕਲੂਡ ਵਾਲੇ ਪਾਸੇ ਲੈ ਕੇ ਜਾਈਏ। ਮੈਂ ਕਹਿਣਾ ਮੇਰਾ ਸਵਾਲ ਸੁਣੋ। ਪਿਛਲੇ ਦਿਨੀ ਮੁੱਖ ਮੰਤਰੀ ਪੰਜਾਬ ਨੂੰ ਮੈਂ ਮਿਲਿਆ ਸੀ ਔਰ ਮੁੱਖ ਮੰਤਰੀ ਪੰਜਾਬ ਨੇ ਕਿਹਾ ਕਿ ਹਾਂ ਬਿਲਕੁਲ ਅਨਲਾਫੁਲ ਐਕਟੀਵਿਟੀ ਉਹਨਾਂ ਤੇ ਲੱਗੂਗੀ। ਪਤਾ ਨਹੀਂ ਸਿਆਸੀ ਫੈਸਲੇ ਕਿਉਂ ਬਦਲ ਜਾਂਦੇ। ਅਸੀਂ ਤਾਂ ਢੀਕਦੇ ਰਹੇ ਵੀ ਅਗਲਿਆਂ ਤੇ ਕਿਉਂ ਨਹੀਂ ਲੱਗੀ ਜਿਨ੍ਹਾਂ ਨੇ ਬੇਅਦਬੀ ਕੀਤੀ ਆ। ਭਗਵੰਤ ਸਿੰਘ ਮਾਨ ਕਹਿ ਕੇ ਜਿਹੜਾ ਸੀ ਉਹ ਪਿਛਾਂਹ ਹਟ ਗਏ ਇਸ ਗੱਲ ਤੋਂ ਕਿ ਅਸੀਂ ਜਿਹੜਾ ਮੁੜ ਕੇ ਉਹਨਾਂ ਨੇ ਅਨਲਾਫੁਲ ਐਕਟੀਵਿਟੀ ਨਹੀਂ ਲਾਈ। ਮੈਂ ਇੱਕ ਗੱਲ ਕਹਿਣਾ, ਜਵਾਬ ਦੇ ਸਾਰਿਆਂ ਨੂੰ ਹੋਣਾ ਪਊਗਾ, ਜਿਹੜਾ ਵੀ ਸਰਕਾਰ ਚਲਾਉਂਦਾ। ਜੇ ਅੱਜ ਭਗਵੰਤ ਸਿੰਘ ਮਾਨ ਚਲਾ ਰਹੇ, ਜਵਾਬ ਦੇ ਹੋਣਾ ਪਊਗਾ। ਸਿਆਸੀ ਗੱਲਾਂ, ਗੁਰੂ ਗ੍ਰੰਥ ਸਾਹਿਬ ਦੇ ਮੁੱਦੇ ਤੇ ਸਿਆਸਤ ਨਹੀਂ ਚੱਲਣੀ ਕਿਸੇ ਦੀ ਵੀ। ਨਾ ਨੇ ਸ਼ਰਧਾਲੂਆਂ ਕਿਸੇ ਨੇ ਬਰਦਾਸ਼ਤ ਨਾ ਉਹਨਾਂ ਨੂੰ ਕੀਤਾ, ਨਾ ਇਹ ਕੀਤਾ ਜਾਊ। ਇਨਸਾਫ ਦੇ ਦਾਦੂਵਾਲ ਸਾਹਿਬ ਉਹ ਗੱਲ ਸਮਝ ਰਹੇ। ਇੱਕ ਛੋਟਾ ਜਿਹਾ ਸਵਾਲ ਸਰ, ਆਪਾਂ ਕੰਕਲੂਜਨ ਵਾਲੇ ਪਾਸੇ ਕੰਕਲੂਡ ਕਰੀਏ ਇਸ ਪੂਰੀ ਚਰਚਾ ਨੂੰ। ਕਿ ਵਾਕਈ ਹੀ ਤੁਹਾਨੂੰ ਲੱਗਦਾ ਹੈ ਕਿ ਉਸ ਸਮੇਂ ਦੀ ਘਟਨਾ ਤੇ ਮੌਜੂਦਾ ਘਟਨਾ ਨੂੰ ਆਪਸ ਦੇ ਵਿੱਚ ਤੁਲਨਾ ਨਹੀਂ ਕੀਤੀ ਜਾ ਸਕਦੀ? ਦੇਖੋ ਬੇਅਦਬੀ ਤਾਂ ਉਸ ਸਮੇਂ ਵੀ ਹੋਈ, ਬੇਅਦਬੀ ਘਟਨਾ ਵਾ, ਬੇਅਦਬੀ ਦੀ ਕੋਈ ਘਟਨਾ ਵਾ ਸਾਡੇ ਲਈ ਮੰਦਭਾਗੀ। ਅਸੀਂ ਹਰੇਕ ਨੂੰ ਉਸੇ ਤਰ੍ਹਾਂ ਦੇਖਦੇ ਹਾਂ। ਵੱਖਰੀ ਗੱਲ ਇਹਨਾਂ ਨੇ ਕੱਢਣਾ ਹੁੰਦਾ ਵੀ ਇਹਦੇ ਵਿੱਚ ਹੋਰਾਂ ਨੂੰ ਲੱਗ ਰਿਹਾ ਹੈ ਕਿ ਬੋਲੇ ਨਹੀਂ ਨਾ, ਸਿੱਖ ਜਥੇਬੰਦੀਆਂ ਬੋਲੀਆਂ ਨਹੀਂ। ਉਹਨਾਂ ਨੇ ਤੁਹਾਡਾ ਨਾਮ ਬੇਸ਼ੱਕ ਨਹੀਂ ਲਿਖਿਆ, ਇਸ਼ਾਰਾ ਸੀ ਕਹਿੰਦੇ ਤੁਸੀਂ ਬੋਲੇ ਨਹੀਂ, ਤੁਸੀਂ ਚੁੱਪ ਹੋ। ਉਸ ਸਮੇਂ ਬਹੁਤ ਤੁਸੀਂ ਇਸ ਮੁੱਦੇ ਨੂੰ ਲੈ ਕੇ ਬਿਆਨ ਸਾਹਿਬ ਨੇ ਲੈਤਾ। ਜੇ ਸੁਖਬੀਰ ਸਿੰਘ ਬਾਦਲ ਨੇ ਨਹੀਂ ਲਿਆ ਤਾਂ ਗਰੇਵਾਲ ਸਾਹਿਬ ਨੇ ਲੈਤਾ। ਮੈਂ ਤਾਂ ਕਿਹਾ ਹੀ ਨਹੀਂ, ਮੈਨੂੰ ਆਖਿਆ ਵਾ ਇਹ ਤਾਂ ਤੁਸੀਂ ਚੈਨਲ ਵਾਲਿਆਂ ਨੇ ਮੈਨੂੰ ਲਾਈਵ ਲਿਆ ਤੇ ਮੈਂ ਜਵਾਬ ਦੇ ਰਿਹਾ। ਅਸੀਂ ਕਿਸੇ ਗੱਲ ਤੋਂ ਭੱਜੇ ਆ। ਮੈਂ ਕਹਿੰਦਾ ਜਿੱਥੇ ਮਰਜ਼ੀ ਬੈਠ ਕੇ ਗੱਲਬਾਤ ਕਰੋ, ਜਿਹੜੇ ਮਰਜ਼ੀ ਮੁੱਦੇ ਤੇ ਕਰੋ, ਆ ਬੇਅਦਬੀ ਦੇ ਮੁੱਦੇ ਤੇ ਕਰੋ, ਸੌਦਾ ਸਾਧ ਤੇ ਕਰੋ। ਜੋ ਕੁਛ ਕੀਤਾ ਪਿਛਲੇ ਸਮੇਂ 'ਚ 10 ਸਾਲਾਂ ਦੀ ਬਾਦਲ ਸਰਕਾਰ ਨੇ, ਕਿਸੇ ਮੁੱਦੇ ਤੇ ਕਰ ਲਓ। ਪਰ ਮੈਂ ਹੁਣ ਅੱਜ ਗੱਲ ਬੇਅਦਬੀ ਤੇ ਗੱਲ ਹੋ ਰਹੀ ਆ, ਮੈਂ ਹੁਣ ਫੇਰ ਮੈਂ ਦੁਬਾਰਾ ਆਪਣੀ ਗੱਲ ਨੂੰ ਦੁਹਰਾਉਣਾ
ਕਿ ਕਿਸੇ ਵੀ ਸਿੱਖ ਨੂੰ ਅਧਿਕਾਰ ਆ, ਮੈਨੂੰ ਵੀ ਅਧਿਕਾਰ ਆ, ਗੈਰ ਸਿੱਖ ਨੂੰ ਵੀ ਅਧਿਕਾਰ ਆ, ਪਰ ਸੁਖਬੀਰ ਸਿੰਘ ਬਾਦਲ ਨੂੰ ਅਧਿਕਾਰ ਨਹੀਂ ਆ। ਜਿਹਦੇ ਰਾਜ ਵਿੱਚ ਹੋਇਆ, ਡਿਪਟੀ CM ਸੀ, ਹੋਮ ਮਿਨਿਸਟਰ ਸੀ, ਉਹਨੂੰ ਕੋਈ ਅਧਿਕਾਰ ਨਹੀਂ। ਜੇ ਅੱਜ ਇਨਸਾਫ ਭਗਵੰਤ ਸਿੰਘ ਮਾਨ ਨਹੀਂ ਕਰੂਗਾ ਨਾ, ਤੇ ਕੱਲ ਨੂੰ ਭਗਵੰਤ ਸਿੰਘ ਮਾਨ ਨੂੰ ਵੀ ਕੋਈ ਅਧਿਕਾਰ ਨਹੀਂ ਹੋਊਗਾ, ਕਿਉਂਕਿ ਉਹ ਚੀਫ ਮਿਨਿਸਟਰ ਆ ਤੇ ਹੋਮ ਮਿਨਿਸਟਰ ਵੀ ਆ। ਗਰੇਵਾਲ ਸਾਹਿਬ ਕਹਿੰਦੇ ਸਭ ਨੂੰ ਅਧਿਕਾਰ ਹੈ, ਤੁਸੀਂ ਨਾ ਸਵਾਲ ਚੁੱਕੋ, ਤੁਹਾਨੂੰ ਅਧਿਕਾਰ ਨਹੀਂ। ਦੇਖੋ ਜੀ, ਚਲੋ ਇਹ ਤਾਂ ਇਹਨਾਂ ਦਾ ਫਤਵਾ ਨਾ ਦਾਦੂਵਾਲ ਸਾਹਿਬ ਦਾ, ਹਰ ਬੰਦਾ ਆਪਣੇ ਆਪ ਦੇ ਵਿੱਚ ਗੁਰੂ ਦੇ ਪ੍ਰਤੀ ਜਿਹੜੀ ਆਸਥਾ ਰੱਖਦਾ ਉਹ ਜਾਣਦਾ ਜਾਂ ਉਹ ਗੁਰੂ ਜਾਣਦਾ। ਪਰ ਇਹ ਗੱਲ ਜਿਹੜੀ ਕਹੀ ਹੈ ਇਹਨਾਂ ਨੇ, ਮੈਂ ਇਹਦਾ ਸਤਿਕਾਰ ਕਰਦਾ ਕਿ ਜਿਹੜੀ ਘਟਨਾ ਨੂੰ ਘਟਾ ਕੇ ਪੇਸ਼ ਕਰ ਰਹੇ ਆ ਸੰਘੇੜਾ ਸਾਹਿਬ, ਉਹ ਦਾਦੂਵਾਲ ਸਾਹਿਬ ਨੇ ਕਲੀਅਰ ਕਰ ਦਿੱਤੀ ਆ। ਤੇ ਇਸ ਗੱਲ ਦਾ ਭਾਵੇਂ ਜਵਾਬ ਨਹੀਂ ਦਿੱਤਾ ਕਿ ਉਸ ਸਮੇਂ ਇਹਨਾਂ ਦੀ ਜਿਹੜੀ ਕਰਨੀ ਸੀ, ਇਹਨਾਂ ਦਾ ਵਿਰੋਧ ਸੀ, ਉਹ ਹੋਰ ਤਰ੍ਹਾਂ ਦਾ ਸੀ। ਅੱਜ ਉਸ ਗੱਲ ਤੇ ਸਿਰਫ ਸ਼ਬਦੀ ਵਿਰੋਧ ਆ, ਉਦੋਂ ਕੋਈ ਹੋਰ ਤਰ੍ਹਾਂ ਦਾ ਵਿਰੋਧ ਕਰਨਾ ਚਾਹੀਦਾ। ਜਿਹੋ ਜੀ ਕਿਸੇ ਦੀ ਜਾਨ ਹੋਵੇ ਉਹਨਾਂ ਕਰਨਾ ਚਾਹੀਦਾ। ਕੋਈ ਮਤਲਬ ਤੁਹਾਨੂੰ ਲੱਗ ਰਿਹਾ ਕਿ ਉਸ ਸਮੇਂ ਜਿਹੜਾ ਵਿਰੋਧ ਸੀ ਉਹ ਅਕਾਲੀ ਦਲ ਕਰਕੇ ਸੀ? ਨਹੀਂ, ਸੰਘੇੜਾ ਸਾਹਿਬ ਨੂੰ ਇਹ ਗੱਲ ਮੰਨਣੀ ਪਊਗੀ ਤੇ ਇਹਦਾ ਜਵਾਬ ਦੇਣਾ ਪਊਗਾ ਕਿ ਬੇਅਦਬੀ ਜਿਹੜੀ ਹੋਈ ਆ ਉਹ ਬੇਅਦਬੀ ਆ, ਉਹ ਭਾਵੇਂ ਉਦੋਂ ਹੋਈ ਸੀ ਤੇ ਭਾਵੇਂ ਹੁਣ ਹੋਈ ਸੀ। ਸੋ ਇਸ ਗੱਲ ਤੇ ਰਾਜਨੀਤੀ ਨਾ ਕਰਨ, ਆਪਣੇ ਆਪ ਨੂੰ ਬਚਾਉਣ ਨਾ, ਤੇ ਇਹਦੇ ਲਈ ਤਰਫਦਾਰੀ ਨਾ ਕਰਨ, ਇਹਦਾ ਜਵਾਬ ਦੇਣ। ਸੰਗਤ ਇਹਦਾ ਜਵਾਬ ਪੁੱਛਦੀ ਆ। ਇਹੀ ਗੱਲ ਲੋਕ ਤੁਹਾਡੇ ਤੋਂ ਸਵਾਲ ਪੁੱਛਣਗੇ। ਇਮਾਨਦਾਰੀ ਨਾਲ ਗੁਰੂ ਪ੍ਰਤੀ ਆਪਾਂ ਸੱਚੇ ਹੋਈਏ, ਨਾ ਕਿ ਕਿਸੇ ਇੱਕ ਵਿਸ਼ੇਸ਼ ਵਿਅਕਤੀ ਜੀ। ਸੰਘੇੜਾ ਸਾਹਿਬ ਦੇਖੋ, ਇੱਕ ਦਾਦੂਵਾਲ ਸਾਹਿਬ ਨੇ ਜ਼ਿਕਰ ਕਰ ਦਿੱਤਾ ਕਿ ਕਿਹਾ ਗਿਆ ਸੀ ਕਿ ਇਹ ਅਨਲੌਫੁਲ ਐਕਟੀਵਿਟੀ ਵਾਲਾ ਵੀ ਉਹਦੇ ਵਿੱਚ ਧਾਰਾ ਜੋੜਾਂਗੇ, ਨਹੀਂ ਜੋੜੀ ਗਈ। ਪਰ ਗੱਲ ਇਹ ਹੈ ਕਿ ਕੋਈ ਨਾ ਕੋਈ ਸਖਤ ਮੈਸੇਜ ਤਾਂ ਪਹੁੰਚਾਉਣਾ ਹੋਏਗਾ ਨਾ, ਜਿਹੜੇ ਬੇਅਦਬੀ ਦੀ ਘਟਨਾ ਨੂੰ ਅੰਜਾਮ ਦੇ ਰਹੇ ਨੇ ਉਹਨਾਂ ਤੱਕ, ਕਿ ਬਖਸ਼ੇ ਨਹੀਂ ਜਾਣਗੇ ਜੋ ਮਰਜ਼ੀ ਹੋ ਜਾਵੇ, ਔਰ ਕਰੜੀ ਸਜ਼ਾ ਹੋਏਗੀ। ਗੌਰਵ ਜੀ, ਜਿਹੜਾ ਗਰੇਵਾਲ ਸਾਹਿਬ ਕਹਿ ਰਹੇ ਆ ਨਾ, ਮੈਂ ਤਾਂ ਪਹਿਲਾਂ ਹੀ ਕਹਿ ਚੁੱਕਾ ਆ ਕਿ ਗੁਰੂ ਗ੍ਰੰਥ ਸਾਹਿਬ ਜੀ ਸਾਡੇ ਲਾਈਵ ਗੁਰੂ ਨੇ ਜੀ, ਉਹਨਾਂ ਦੀ ਬੇਅਦਬੀ ਕਰਨ ਦੀਆਂ ਘਟਨਾਵਾਂ ਹੋਣੀਆਂ, ਦੋਸ਼ੀ ਜਿਹੜੇ ਆ, ਇਸ ਤੋਂ ਵੱਡਾ ਸੰਗੀਨ ਜੁਰਮ ਕੋਈ ਹੋ ਨਹੀਂ ਸਕਦਾ। ਮੈਂ ਤਾਂ ਇਹ ਕਹਿਣਾ ਕਿ ਜਦੋਂ ਕੋਈ ਜੁਰਮ ਹੋ ਜਾਂਦਾ ਹੈ ਉਹਦੇ ਤੇ ਇਮੀਡੀਏਟ ਕਾਰਵਾਈ ਹੁੰਦੀ ਆ, ਸਰਕਾਰ ਕਰਦੀ ਆ। ਉਸ ਵੇਲੇ ਨਹੀਂ ਸੀ ਕਰਦੇ। ਸੁਖਬੀਰ ਬਾਦਲ ਸਾਹਿਬ ਤੇ ਬੋਲਣ ਦੀ ਜਿਹੜੀ ਗੱਲ ਹੈ, ਮੈਂ ਨਹੀਂ ਕਹਿੰਦਾ, ਮੈਂ ਕਹਿੰਦਾ ਡੈਮੋਕ੍ਰੇਸੀ ਹੈ। ਸੁਖਬੀਰ ਬਾਦਲ ਸਾਹਿਬ ਨੂੰ ਬੋਲਣ ਦਾ ਪੂਰਾ ਹੱਕ ਹੈ। ਸੁਖਬੀਰ ਬਾਦਲ ਸਾਹਿਬ ਨੂੰ ਇਹੀ ਮੈਂ ਸੰਘੇੜਾ ਸਾਹਿਬ ਵਿਚਾਲੇ ਤੁਹਾਨੂੰ ਰੋਕ ਰਿਹਾ ਹਾਂ। ਸੁਖਬੀਰ ਸਿੰਘ ਬਾਦਲ ਆਪਣੇ ਫੇਸਬੁੱਕ ਪੋਸਟ ਦੇ ਵਿੱਚ ਜ਼ਿਕਰ ਕਰ ਰਹੇ ਨੇ, ਉਹ ਇਹੀ ਜ਼ਿਕਰ ਕਰ ਰਹੇ ਨੇ ਕਿ ਦੇਖੋ 8-10 ਦਿਨ ਹੋ ਗਏ, ਕਰੀਬ 2 ਹਫ਼ਤੇ ਕਾਰਵਾਈ ਨਹੀਂ ਹੋਈ। ਮੈਂ ਸੋਚ ਰਿਹਾ ਸੀਗਾ ਕਿ ਇਸ ਪੂਰੇ ਮਾਮਲੇ 'ਚ ਐਕਸ਼ਨ ਹੋਵੇ, ਲੋਕ ਬੋਲਣਗੇ, ਖਾਸ ਤੌਰ ਤੇ ਮੰਤਰੀ ਵਿਧਾਇਕ, ਕੋਈ ਨਹੀਂ ਬੋਲਿਆ। ਮਤਲਬ ਉਹ ਕਹਿ ਰਹੇ ਕਿ ਕਾਰਵਾਈ ਨਹੀਂ ਹੋਈ ਇਸ ਪੂਰੇ ਮਾਮਲੇ 'ਚ, ਦੀਨਾਨਗਰ ਵਾਲੇ ਕੇਸ 'ਚ। ਅਸੀਂ ਲਿਪਾ ਪੋਚੀ ਨਹੀਂ ਨਾ ਕਰਦੇ ਗੌਰਵ ਜੀ, ਅਸੀਂ ਇਹ ਤੇ ਕਾਰਵਾਈਆਂ ਹੋ ਰਹੀਆਂ, ਏਜੰਸੀਆਂ ਕੰਮ ਕਰ ਰਹੀਆਂ। ਬਿਲਕੁਲ ਸਖਤ ਤੋਂ ਸਖਤ ਐਕਸ਼ਨ ਹੋਏਗਾ, ਸਖਤ ਤੋਂ ਸਖਤ ਐਕਸ਼ਨ ਹੋਏਗਾ। ਅਸੀਂ ਨਾ ਕੋਈ ਸਬੂਤ ਥੋੜੀ ਮਿਟਾਏ ਆ, ਇਹ ਸਬੂਤ ਮਿਟਾਉਣ ਲੱਗ ਗਏ ਸੀਗੇ। ਗਲਤ ਬੰਦਿਆਂ ਤੇ ਦੋਸ਼ ਲਾਏ, ਜਿੱਦਾਂ ਮੈਂ ਦੱਸਿਆ 2 ਬੱਚਿਆਂ ਨੂੰ ਅੰਦਰ ਕਰਤਾ ਸੀ, ਬਾਅਦ ਛੱਡਣਾ ਪਿਆ। ਸਰਕਾਰ ਕਾਰਵਾਈ ਕਰ ਰਹੀ ਆ, ਇਹਦੇ ਤੇ ਅਸੀਂ ਸਿਆਸਤ ਨਹੀਂ ਕਰਨਾ ਚਾਹੁੰਦੇ, ਜਿਹੜੇ ਬਿਆਨਬਾਜ਼ੀਆਂ ਕਰਕੇ ਤਾਂ ਕਰੀਏ ਕੁਛ ਨਾ। ਸੰਘੇੜਾ ਸਾਹਿਬ ਨੂੰ ਇੱਕ ਮੈਂ ਵੀ ਜਵਾਬ ਦੇਣਾ ਗੌਰਵ ਜੀ। ਬਿਲਕੁਲ ਅਸੀਂ ਕਾਰਵਾਈਆਂ ਕਰ ਰਹੇ ਹਾਂ, ਬਿਲਕੁਲ ਸਖਤ ਕਾਰਵਾਈ ਹੋਈ। ਠੀਕ ਹੈ, ਚਲੋ ਤੁਸੀਂ ਕਾਰਵਾਈ ਕਰ ਰਹੇ, ਮੈਂ ਇਸ ਦੇ ਉੱਪਰ ਇੱਕ ਰਿਐਕਸ਼ਨ ਲਵਾਂਗਾ ਗਰੇਵਾਲ ਜੀ ਦਾ, ਪਰ ਉਸ ਤੋਂ ਪਹਿਲਾਂ ਦਾਦੂਵਾਲ ਜੀ ਕੁਝ ਐਡ ਕਰਨਾ ਚਾਹ ਰਹੇ ਹਨ। ਗਰੇਵਾਲ ਸਾਹਿਬ ਨੂੰ ਦੁੱਖ ਆ, ਉਹਨਾਂ ਹੀ ਸੰਗਤ ਨੂੰ ਦੁੱਖ ਆ, ਉਹਨਾਂ ਹੀ ਸਾਨੂੰ ਵੀ ਦੁੱਖ ਹੈ। ਠੀਕ ਹੈ, ਦਾਦੂਵਾਲ ਜੀ ਕੁਝ ਕਹਿਣਾ ਚਾਹ ਰਹੇ ਨੇ। ਸੰਘੇੜਾ ਸਾਹਿਬ ਤੁਹਾਡੇ ਤੋਂ ਹੀ ਸਵਾਲ ਹੈ, ਦਾਦੂਵਾਲ ਜੀ ਕੁਝ ਕਹਿਣਾ ਚਾਹ ਰਹੇ ਨੇ। ਦਾਦੂਵਾਲ ਜੀ। ਸੰਘੇੜਾ ਜੀ, ਤੁਸੀਂ ਆਮ ਆਦਮੀ ਪਾਰਟੀ ਨੂੰ, ਮੁੱਖ ਮੰਤਰੀ ਸਾਹਿਬ ਨੂੰ ਰਿਪਰੈਜ਼ੈਂਟ ਕਰ ਰਹੇ ਹੋ ਇੱਥੇ। ਮੈਂ ਤੁਹਾਨੂੰ ਕਹਿਣਾ, ਜਾ ਕੇ ਮੁੱਖ ਮੰਤਰੀ ਸਾਹਿਬ ਨੂੰ ਜ਼ਰੂਰ ਕਹੋ ਕਿ ਮੁੱਖ ਮੰਤਰੀ ਸਾਹਿਬ, ਤੁਸੀਂ ਕਿਹਾ ਸੀਗਾ ਕਿ ਅਸੀਂ ਅਨਲੌਫੁਲ ਐਕਟੀਵਿਟੀ ਲਾਵਾਂਗੇ, ਕਿਉਂ ਨਹੀਂ ਲਾਈ? ਇੱਕ ਕੇਸ 'ਚ ਵੀ ਬੇਅਦਬੀ ਦੇ ਲਾਈ ਆ ਤਾਂ ਦੱਸੋ ਸਾਨੂੰ। ਜਵਾਬ ਤੁਹਾਨੂੰ ਵੀ ਦੇਣੇ ਪੈਣਗੇ। ਅਸੀਂ ਜਵਾਬ ਬਾਦਲਾਂ ਨੂੰ ਵੀ ਪੁੱਛਦੇ, ਜਵਾਬ ਤੁਹਾਨੂੰ ਵੀ ਪੁੱਛਾਂਗੇ। ਅਸੀਂ ਪੀੜਤ ਹਾਂ, ਬਿਲਕੁਲ ਉਹਨਾਂ ਨੂੰ ਅਸੀਂ ਪੀੜਤ ਹਾਂ, ਅਸੀਂ ਜਵਾਬ ਮੰਗਦੇ ਆ। ਪੰਜਾਬ ਦੇ ਲੋਕ ਮੰਗਦੇ, ਦੁਨੀਆ ਦੇ ਲੋਕ ਮੰਗਦੇ ਆ। ਸਾਰੇ ਇਨਸਾਫ ਪਸੰਦ ਹਿੰਦੂ, ਸਿੱਖ, ਮੁਸਲਮਾਨ ਜਿਹੜੇ ਗੁਰੂ ਸਾਹਿਬ ਤੇ ਸ਼ਰਧਾ ਕਰਦੇ, ਸਾਰੇ ਜਵਾਬ ਮੰਗਦੇ ਤੇ ਸਮੇਂ ਦੀਆਂ ਸਰਕਾਰਾਂ ਨੂੰ ਜਵਾਬ ਦੇਣੇ ਪੈਣਗੇ। ਠੀਕ ਹੈ, ਜਵਾਬ ਲੈ ਲਓ ਇੱਕ ਵਾਰੀ ਸੰਘੇੜਾ ਸਾਹਿਬ ਤੋਂ। ਸੰਘੇੜਾ ਸਾਹਿਬ। ਦਾਦੂਵਾਲ ਸਾਹਿਬ, ਤੁਸੀਂ ਪੀੜਤ ਹੋ, ਮੈਂ ਵੀ ਪੀੜਤ ਹਾਂ, ਸੰਗਤ ਵੀ ਪੀੜਤ ਹੈ। ਮੈਂ ਤੁਹਾਡੀਆਂ ਸਾਰੀਆਂ ਗੱਲਾਂ ਨਾਲ ਸਹਿਮਤ ਹਾਂ। ਸਾਰੀ ਕਾਰਵਾਈ ਹੋਏਗੀ, ਜੋ ਕੁਝ ਵੀ ਆਪਾਂ ਡਿਸਕਸ ਕਰ ਰਹੇ ਹਾਂ, ਨਾਲੋਂ ਨਾਲ ਮੁੱਖ ਮੰਤਰੀ ਸਾਹਿਬ ਤੱਕ ਪਹੁੰਚਣਾ ਹੈ। ਬਕਾਇਦਾ ਇਸ ਗੱਲ ਤੇ ਕਾਰਵਾਈ ਹੋਏਗੀ। ਮੈਂ ਪਰਸਨਲੀ ਵੀ ਮੁੱਖ ਮੰਤਰੀ ਸਾਹਿਬ ਨੂੰ ਬੇਨਤੀ ਕਰੂੰਗਾ, ਇਹ ਗੱਲ 'ਚ ਕੋਈ ਵੀ ਖਾਮੀ ਨਹੀਂ ਛੱਡੀ ਜਾਏਗੀ। ਸੋ ਇਹ ਮੈਂ ਦਾਅਵੇ ਨਾਲ ਕਹਿ ਸਕਦਾ ਹਾਂ, ਔਰ ਪਹਿਲਾਂ ਵੀ ਕਾਰਵਾਈਆਂ ਹੁੰਦੀਆਂ ਰਹੀਆਂ ਇਸ ਉੱਤੇ। ਬਾਕੀ ਜਦੋਂ ਦੇਖੋ ਸੰਘੇੜਾ ਸਾਹਿਬ ਉਹੀ ਵਾਰ-ਵਾਰ ਕਹਿ ਰਹੇ ਕਿ ਮੈਂ ਕਨਕਲੂਜਨ ਵਾਲੇ ਪਾਸੇ ਲੈ ਕੇ ਜਾ ਰਿਹਾ ਪੂਰੀ ਡਿਬੇਟ ਨੂੰ, ਕਨਕਲੂਡ ਕਰੀਏ ਆਪਾਂ। ਨਹੀਂ ਦੇਖੋ, ਤੁਸੀਂ 2015 ਵਾਲੀ ਜਿਹੜੀ ਘਟਨਾ ਵਾਪਰੀ ਹੈ ਤੇ ਮੌਜੂਦਾ ਸਮੇਂ ਜਿਹੜੀ ਘਟਨਾ ਵਾਪਰੀ ਹੈ, ਤੁਹਾਨੂੰ ਲੱਗਦਾ ਕਿ ਵੱਖਰੀਆਂ ਨੇ?
ਦੇਖੋ ਮੈਂ ਤਾਂ ਤੁਹਾਨੂੰ ਪਹਿਲਾਂ ਹੀ ਕਹਿਤਾ, ਉਹ ਘਟਨਾਵਾਂ ਦੇ ਪਿੱਛੇ ਸਿਆਸਤ ਸੀਗੀ। ਇਹਨਾਂ ਘਟਨਾਵਾਂ ਦਾ ਪਤਾ ਲੱਗ ਜਾਏਗਾ, ਏਜੰਸੀਆਂ ਕੰਮ ਕਰ ਰਹੀਆਂ ਆ, ਸਾਰੀ ਕਾਰਵਾਈ ਹੋ ਰਹੀ ਆ, ਔਰ ਉਸ ਤਰ੍ਹਾਂ ਦੀ ਸਿਆਸਤ ਕਦੀ ਵੀ ਨਹੀਂ ਹੋਈ ਜੋ 2015 ਦੀਆਂ ਘਟਨਾਵਾਂ ਚ ਹੋਈ ਆ। ਤੁਹਾਨੂੰ ਲੱਗ ਰਿਹਾ ਕਿ ਉਹ ਜੋ ਘਟਨਾਵਾਂ ਵਾਪਰੀਆਂ ਉਹਦੇ ਪਿੱਛੇ ਵੀ ਸਿਆਸਤ ਸੀ, ਉਸ ਤੋਂ ਬਾਅਦ ਤਾਂ ਸਿਆਸਤ ਹੁੰਦੀ ਰਹੀ, ਉਹ ਘਟਨਾਵਾਂ ਵੀ ਸਿਆਸਤ ਦੀ ਵਜ੍ਹਾ ਨਾਲ ਸਿਆਸਤ ਤਾਂ ਕੈਪਟਨ ਅਮਰਿੰਦਰ ਸਿੰਘ ਹੁਣੇ ਵੀ ਕਰਦੇ ਰਹੇ ਆ। ਬਾਅਦ ਦੇ ਵਿੱਚ ਤਾਂ ਚਲੋ ਸਿਆਸਤ ਹੁੰਦੀ ਹੋ ਰਹੀ ਹੈ ਨਾ, ਤਾਂ ਬਿਆਨਬਾਜ਼ੀਆਂ ਸ਼ੁਰੂ ਹੋ ਜਾਂਦੀਆਂ ਨੇ। ਕੈਪਟਨ ਅਮਰਿੰਦਰ ਸਿੰਘ ਵੀ ਸਿਆਸਤ ਕਰਦੇ ਰਹੇ ਆ, ਉਹ ਸਾਰੀਆਂ ਇਨਕੁਆਰੀਆਂ ਤੇ ਅੰਦਰੋਂ ਰਲੇ ਹੋਏ ਸੀਗੇ। ਜਦੋਂ ਕੋਈ ਇਲੈਕਸ਼ਨ ਨੇੜੇ ਆਉਂਦੀ ਸੀ ਉਦੋਂ ਕਾਰਵਾਈ ਕਰਦੇ ਸੀ, ਤਾਂ ਅੱਗੇ ਪਿੱਛੇ ਨਹੀਂ ਸੀ ਕਰਦੇ। ਠੀਕ ਹੈ ਗਰੇਵਾਲ ਸਾਹਿਬ, ਚਲੋ ਆਪਾਂ ਕੰਕਲੂਡ ਕਰੀਏ ਇਸ ਪੂਰੀ ਚਰਚਾ ਨੂੰ। ਗਰੇਵਾਲ ਸਾਹਿਬ ਦੇਖੋ, ਦੋ ਚੀਜ਼ਾਂ ਨੇ, ਇੱਕ ਤਾਂ ਸਿਆਸਤ ਉਸ ਪੂਰੇ ਘਟਨਾਕ੍ਰਮ ਦੇ ਪਿੱਛੇ ਸੀ 2015 ਦੇ ਵਿੱਚ, ਆਪਾਂ ਵਾਰ-ਵਾਰ ਉੱਥੇ ਘੁੰਮਦੇ ਪਹੁੰਚ ਜਾਂਦੇ ਆ, ਤੇ ਦੂਜੀ ਗੱਲ ਕਹਿੰਦੇ ਕਾਰਵਾਈ ਹੋ ਰਹੀ ਹੈ ਦੀਨਾਨਗਰ ਵਾਲੇ ਕੇਸ ਦੇ ਵਿੱਚ ਵੀ, ਇਸ ਤੋਂ ਪਹਿਲਾਂ ਜਿਹੜੀਆਂ ਘਟਨਾਵਾਂ ਵਾਪਰੀਆਂ ਨੇ ਉਸ ਦੇ ਵਿੱਚ ਨਾਲ ਦੀ ਨਾਲ ਕਾਰਵਾਈ ਹੋਈ ਹੈ। ਦੇਖੋ ਜੀ, ਜਿਹੜੀ ਨਾਲ ਦੀ ਨਾਲ ਕਾਰਵਾਈ ਹੋਈ ਕਿ ਨਹੀਂ ਹੋਈ ਆਪਾਂ ਨੂੰ ਸਾਰਾ ਕੁਝ ਪਤਾ ਹੈ। ਮੈਂ ਕਾਹਨੂੰ ਇਸ ਗੱਲ ਲਈ ਆਪਾਂ ਜਿਆਦਾ ਕਰ ਰਹੇ ਹਾਂ। ਇਸ਼ੂ ਬਹੁਤ ਸੈਂਸਿਟਿਵ ਆ, ਭਾਵਨਾ ਨਾਲ ਸੰਬੰਧਿਤ ਮਸਲਾ, ਧਰਮ ਨਾਲ ਸੰਬੰਧਿਤ ਮਸਲਾ, ਮਨੁੱਖਤਾ ਦੇ ਮਾਨਵਤਾ ਦੇ ਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਇਹਦੇ ਲਈ ਸਰਕਾਰ ਜਵਾਬਦੇਹ ਆ, ਸਮਝੇ ਜਿਵੇਂ ਸੰਘੇੜਾ ਸਾਹਿਬ ਸਮਝ ਰਹੇ ਆ, ਤੇ ਇਸ ਗੱਲ ਲਈ ਕੰਮ ਕਰਨ। ਅਸੀਂ ਇਸ ਗੱਲ 'ਚ ਕੋਈ ਨਾ ਅਸੀਂ ਲੜਾਈ ਲਾਉਣੀ ਚਾਹੁੰਦੇ ਆ, ਬੇਲੋੜਾ ਦੂਸ਼ਣਬਾਜ਼ੀ ਨਾ ਕਰਨ, ਆਪਣਾ ਕੰਮ ਕਰਨ। ਜੇ ਤੁਸੀਂ ਚੰਗਾ ਕਰੋਗੇ ਲੋਕ ਤੁਹਾਨੂੰ ਚੰਗਾ ਕਹਿਣਗੇ, ਜੇ ਤੁਸੀਂ ਮਾੜਾ ਕਰੋਗੇ ਲੋਕ ਤੁਹਾਨੂੰ ਮਾੜਾ ਕਹਿਣਗੇ। ਇਸ ਗੱਲ ਤੋਂ ਬਚਿਆ ਨਹੀਂ ਜਾ ਸਕਦਾ। ਇਹ ਰਾਜਨੀਤੀ ਨਹੀਂ, ਇਹ ਗੁਰੂ ਦੀ ਬਿਰਧ। ਇਸ ਦੇ ਅਰਥਾਂ ਨੂੰ ਸਮਝਣ ਦੀ ਕੋਸ਼ਿਸ਼ ਕਰੋ। ਸਾਡਾ ਮਤਲਬ ਇੱਥੇ ਕੋਈ ਸਿਆਸਤ ਚਮਕਾਉਣਾ ਨਹੀਂ। ਇਹ ਸਿਆਸਤ ਦੇ ਨਾਲ ਤੁਹਾਨੂੰ ਨੀਵਾਂ ਦਿਖਾ ਕੇ ਜਾਂ ਹੋਰ ਕਰਕੇ ਕਿਸੇ ਨੇ ਕੋਈ ਰਾਜਾ ਜਾਂ ਮਹਾਰਾਜਾ ਨਹੀਂ ਬਣ ਜਾਣਾ। ਇਹ ਤਾਂ ਗੁਰੂ ਦੇ ਪ੍ਰਤੀ ਸ਼ਰਧਾ ਦੇ ਸਤਿਕਾਰ ਆ। ਸਾਰਿਆਂ ਨੂੰ ਇਕਜੁੱਟ ਹੋ ਕੇ ਇਹਨਾਂ ਸ਼ਕਤੀਆਂ ਦੇ ਖਿਲਾਫ ਖੜਨਾ ਤੇ ਲੜਨਾ ਚਾਹੀਦਾ। ਚਲੋ ਸ਼ੁਕਰੀਆ, ਬਹੁਤ ਬਹੁਤ ਧੰਨਵਾਦ ਗਰੇਵਾਲ ਸਾਹਿਬ ਤੁਹਾਡਾ ਵੀ, ਸੰਘੇੜਾ ਸਾਹਿਬ ਤੁਹਾਡਾ ਵੀ ਧੰਨਵਾਦ, ਦਾਦੂਵਾਲ ਜੀ ਸਾਡੇ ਨਾਲ ਜੁੜੇ ਹੋਏ ਸਨ, ਦਾਦੂਵਾਲ ਜੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ। ਖੈਰ ਮੁੱਦਾ ਬਹੁਤ ਸੰਵੇਦਨਸ਼ੀਲ ਹੈ, ਲਾਜ਼ਮੀ ਤੌਰ ਤੇ ਜੋ ਆਪਾਂ ਜ਼ਿਕਰ ਕਰ ਰਹੇ ਹਾਂ, ਔਰ ਆਪਣੇ ਮਹਿਮਾਨ ਵੀ ਲਗਾਤਾਰ ਹੀ ਚਰਚਾ ਕਰ ਰਹੇ ਸੀ। ਤਾਂ ਇਹ ਜ਼ਰੂਰ ਇੱਕ ਤੁਸੀਂ ਕਹਿ ਸਕਦੇ ਹੋ ਕਿ ਇੱਕ ਵੱਡੀ ਚੁਣੌਤੀ ਇਸ ਸਮੇਂ ਜ਼ਰੂਰ ਸਾਹਮਣੇ ਹੈ ਕਿ ਕਿਵੇਂ ਰੋਕੀਆਂ ਜਾਣ ਇਹ ਘਟਨਾਵਾਂ, ਆਖਿਰ ਕਿਵੇਂ ਇਹ ਘਟਨਾਵਾਂ ਨੂੰ ਰੋਕਿਆ ਜਾਵੇ, ਇੱਕ ਵੱਡਾ ਚੈਲੰਜ ਜ਼ਰੂਰ ਹੈ।